ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਜਗਰਾਉਂ ਵਾਲੇ ਉਹਨਾਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਅਗਲੇ ਜੀਵਨ ਦਰਸ਼ਨਾਂ ਦੀ ਕੜੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਵਾਰ ਭਾਈ ਜਗੀਰ ਸਿੰਘ ਤੇ ਭਾਈ ਇੰਦਰ ਸਿੰਘ, ਜਿਨ੍ਹਾਂ ਦਾ ਨਾਂ ਜਿਹੜਾ ਸੀਗਾ ਆਪ ਸੰਤ ਬਾਬਾ ਈਸ਼ਰ ਸਿੰਘ ਅੱਜ ਕੱਲ੍ਹ ਹੈ, ਇਹਨਾਂ ਦਾ ਪਹਿਲਾ ਨਾਂ ਸੀ ਭਾਈ ਇੰਦਰ ਸਿੰਘ। ਤੇ ਭਾਈ ਇੰਦਰ ਸਿੰਘ, ਭਾਈ ਜਗੀਰ ਸਿੰਘ ਤੇ ਨਾਲ ਭਾਈ ਬਚਨ ਸਿੰਘ, ਤਿੰਨੇ ਜਣ ਇੱਕ ਵਾਰੀ ਨਾ ਸੰਤ ਮਹਾਂਪੁਰਖ ਬਾਬਾ ਨਾਨਕ ਸਿੰਘ ਦੇ ਦਰਸ਼ਨ ਕਰਨ ਵਾਸਤੇ ਨਾਨਕਸਰ ਜਗਰਾਉਂ ਪੈਦਲ ਤੁਰ ਕੇ ਆਏ। ਜਦ ਪੈਦਲ ਚੱਲ ਕੇ ਆਏ ਤਾਂ ਫਿਰ ਰਸਤੇ ਦੇ ਵਿੱਚ ਨਾ ਭਾਈ ਜਗੀਰ ਸਿੰਘ ਹੁਣਾਂ ਦੀ ਜਿੱਥੇ ਭੈਣ ਵਿਆਹੀ ਸੀ ਉਹਦਾ ਪਿੰਡ ਪੈਂਦਾ ਸੀ। ਭਾਈ ਜਗੀਰ ਸਿੰਘ ਕਹਿਣ ਲੱਗੇ ਕਿ ਰਸਤੇ ਵਿੱਚ ਮੇਰੀ ਭੈਣ ਵਿਆਹੀ, ਉਹ ਚਲੋ ਜਾਂਦੇ ਜਾਂਦੇ ਆਪਾਂ ਉਹਨਾਂ ਨੂੰ ਮਿਲ ਚੱਲਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਭਾਈ ਇੰਦਰ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਜਗੀਰ ਸਿਆਂ, ਮਿਲਣ ਦੀ ਤਾਂ ਕੋਈ ਗੱਲ ਨਹੀਂ ਹੈ ਕਿ ਅਗਰ ਆਪਾਂ ਜਦੋਂ ਉਹਨਾਂ ਦੇ ਘਰ ਗਏ, ਅਗਰ ਉਹਨਾਂ ਨੇ ਸਾਡਾ ਜਾ ਕੇ ਜਲ ਪਾਣੀ ਨਾ ਪੁੱਛਿਆ, ਨਾ ਲਿਆ, ਤਾਂ ਸਾਨੂੰ ਸਾਰਿਆਂ ਨੂੰ ਦੁੱਖ ਕਿੰਨਾ ਹੋਊਗਾ। ਅਤੇ ਦੂਸਰੀ ਗੱਲ ਹੈ, ਜੇ ਜਲ ਪਾਣੀ ਪੁੱਛ ਵੀ ਲਿਆ ਤਾਂ ਅਸੀਂ ਖਾਂਦੇ ਚੰਗੇ ਨਹੀਂ ਲੱਗਦੇ। ਜਦ ਇਹ ਗੱਲ ਭਾਈ ਇੰਦਰ ਸਿੰਘ ਹੁਣਾਂ ਨੇ ਜਿਹੜੀ ਸੀਗੀ ਉਹ ਜਗੀਰ ਸਿੰਘ ਨੇ ਕੀਤੀ। ਜਗੀਰ ਸਿੰਘ ਜਿਹੜੇ ਸੀ ਨੀਵੀਂ ਪਾ ਕੇ ਸੁਣਦੇ ਗਏ ਅਤੇ ਸੰਤਾਂ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਵੀ ਅੱਜ ਕੱਲ੍ਹ ਸਮਾਂ ਇੱਦਾਂ ਦਾ ਵੀ ਨਹੁੰ ਸੱਸ ਦੀ ਬਣਦੀ ਵੀ ਬੜੀ ਘੱਟ ਹੈ। ਇਹ ਸਾਰੀ ਜਿਹੜੀ ਗੱਲਬਾਤ ਸੀਗੀ ਇਹ ਬਾਬਾ ਇੰਦਰ ਸਿੰਘ ਹੁਣਾਂ ਨੇ ਉਸ ਟਾਈਮ ਜਿਹੜੀ ਸੀ ਜਗੀਰ ਸਿੰਘ ਨੇ ਰਸਤੇ 'ਚ ਜਾਂਦਿਆਂ ਕੀਤੀ। ਪਰ ਉਹੀ ਗੱਲ ਹੋਈ ਜਿਹੜੀ ਗੱਲ ਸੰਤ ਬਾਬਾ ਇੰਦਰ ਸਿੰਘ ਹੁਣਾਂ ਨੇ ਭਾਈ ਜਗੀਰ ਸਿੰਘ ਹੁਣਾਂ ਨੇ ਕੀਤੀ ਸੀ। ਜਦ ਘਰ ਗਏ ਉਹਨੇ ਪਾਣੀ ਤਾਂ ਕੀ ਪੁੱਛਣਾ ਸੀਗਾ, ਖੱਟੀ ਲੱਸੀ ਤੱਕ ਵੀ ਜਿਹੜਾ ਸੀ ਮਹਾਂਪੁਰਖਾਂ ਦਾ ਨਾਮ ਨਹੀਂ ਲਿਆ। ਅਤੇ ਜਿਹੜੇ ਇਹ ਸਾਰੇ ਜਣੇ ਤਿੰਨੇ ਜਣੇ ਹੈ ਨਾ ਇੱਕ ਪਾਸੇ ਚੁੱਪ ਕਰ ਹੋ ਕੇ ਬੈਠ ਗਏ। ਪਰ ਬਾਬਾ ਇੰਦਰ ਸਿੰਘ ਹੁਣਾਂ ਨੇ ਜਾਣੀ ਕਿ ਭਾਈ ਜਗੀਰ ਸਿੰਘ ਨੂੰ ਕਿਹਾ ਸੀਗਾ ਕਿ ਦੇਖ ਭਾਈ, ਉਹੀ ਗੱਲ ਹੋਈ ਜਿਹਦਾ ਡਰ ਸੀਗਾ ਕਿ ਤੇਰੀ ਭੈਣ ਜਿਹੜੀ ਹੈ ਨਾ ਆਪਣੀ ਸੱਸ ਤੋਂ ਇੰਨਾ ਡਰਦੀ ਹੈਗੀ ਆ ਕਿ ਬਸ ਇੱਕ ਵਾਰੀ ਸਤਿ ਸ੍ਰੀ ਅਕਾਲ ਬੁਲਾ ਕੇ ਹੈ ਨਾ ਦੁਬਾਰਾ ਜਿਹੜੀ ਉਹ ਆਪਣੇ ਕਮਰੇ 'ਚ ਚਲੇ ਗਈ ਆ ਅਤੇ ਮੁੜ ਵਾਰ ਨਹੀਂ ਆਈ। ਉਸ ਤੋਂ ਬਾਅਦ 10-15 ਮਿੰਟ ਬੈਠ ਕੇ ਤਿੰਨੇ ਜਾਣੇ ਜਦ ਜਿਹੜੇ ਵਾਪਸ ਆਏ ਅਤੇ ਅੱਗੇ ਹੈ ਨਾ ਭਾਈ ਬਚਨ ਸਿੰਘ ਹੁਣਾਂ ਦਾ ਜਿਹੜਾ ਸੀਗਾ ਉਹ ਸਹੁਰਾ ਪਿੰਡ ਆਇਆ। ਜਦ ਬਚਨ ਸਿੰਘ ਹੁਣਾਂ ਦਾ ਸਹੁਰਾ ਪਿੰਡ ਆ ਤਾਂ ਬਚਨ ਸਿੰਘ ਕਹਿਣ ਲੱਗੇ ਕਿ ਆ ਰਸਤੇ 'ਚ ਮੇਰੇ ਸਹੁਰੇ ਆ, ਚਲੋ ਉਹਨਾਂ ਜਾਂਦਿਆਂ ਨੂੰ ਮਿਲ ਜਾਂਦੇ। ਜਦ ਘਰ ਗਏ ਤਾਂ ਬਾਕੀ ਜਿਹੜੀ ਬਚਨ ਸਿੰਘ ਦੀ ਸੱਸ ਸੀਗੀ ਉਹਨੂੰ ਦੇਖ ਕੇ ਚਾਅ ਚੜ੍ਹ ਗਿਆ। ਅਤੇ ਬਾਬਾ ਇੰਦਰ ਸਿੰਘ ਹੋਣੀ, ਭਾਈ ਜਗੀਰ ਸਿੰਘ ਤੇ ਬਚਨ ਸਿੰਘ ਜਦ ਘਰ ਪਹੁੰਚੇ ਆ ਤਾਂ ਉਹਦੀ ਸੱਸ ਨੇ ਉਸ ਟਾਈਮ ਮੰਜੇ ਡਾਹ ਕੇ ਦਿੱਤੇ ਆ, ਗਰਮ ਪਾਣੀ ਨਾਲ ਹੱਥ ਪੈਰ ਧਵਾਤਾ ਅਤੇ ਮੰਜਿਆਂ 'ਤੇ ਖੇਸੀਆਂ ਅਤੇ ਦਰੀਆਂ ਵਿਛਾਤੀਆਂ ਅਤੇ ਜਿਹੜੇ ਅਸੀਂ ਉੱਥੇ ਬੜੇ ਸਤਿਕਾਰ ਨਾਲ ਬਿਠਾਇਆ। ਉਸ ਤੋਂ ਬਾਅਦ ਫਿਰ ਉਹਨੇ ਪ੍ਰਸ਼ਾਦਾ ਤਿਆਰ ਕੀਤਾ। ਪ੍ਰਸ਼ਾਦਾ ਤਿਆਰ ਕਰਕੇ ਅਤੇ ਖੰਡ ਅਤੇ ਦੇਸੀ ਘੀ ਵਾਹ ਜਿਹੜੀ ਸੀ ਉਹ ਸਾਰੇ ਪ੍ਰਸ਼ਾਦਿਆਂ ਦੇ ਵਿੱਚ ਪਾਈ ਅਤੇ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦੇ ਛਕੇ। ਜਦ ਪ੍ਰਸ਼ਾਦੇ ਛਕ ਕੇ ਹਟੇ ਤਾਂ ਬਾਬਾ ਇੰਦਰ ਸਿੰਘ ਹੋਣਾ ਨੇ ਹੈ ਨਾ ਭਾਈ ਬਚਨ ਸਿੰਘ ਨੂੰ ਕਹਿ ਦਿੱਤਾ ਕਿ ਤੇਰੀ ਸੱਸ ਨੇ ਹੈ ਨਾ ਆਪਣੀ ਸੇਵਾ ਬਹੁਤ ਕੀਤੀ ਆ ਅਤੇ ਇਹਨੂੰ ਕੁਛ ਦੇਣਾ ਬਣਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਬਚਨ ਸਿੰਘ ਕਹਿਣ ਲੱਗੇ ਕਿ ਮੇਰੇ ਪਾਸ ਤਾਂ ਕੁਛ ਨਹੀਂ ਹੈਗਾ ਅਤੇ ਇਹ ਮੇਰੀ ਸੱਸ ਹੈ, ਮੈਂ ਇਹਨੂੰ ਦਿੰਦਾ ਚੰਗਾ ਨਹੀਂ ਲੱਗਦਾ, ਪਰ ਅਗਰ ਤੁਸੀਂ ਕੁਛ ਦੇਣਾ ਹੈ ਤਾਂ ਦੇ ਦਿਓ। ਫਿਰ ਬਾਬਾ ਇੰਦਰ ਸਿੰਘ ਹੁਣੇ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਫਿਰ ਹਾਲ ਤਾਂ ਆਪਣੇ ਪਾਸ ਵੀ ਕੁਛ ਨਹੀਂ ਆ, ਪਰ ਆਪਾਂ ਇਹਨੂੰ ਦੇਣਾ ਜ਼ਰੂਰ ਹੈਗਾ। ਪਰ ਇੱਕ ਗੱਲ ਹੈਗੀ ਆ ਕਿ ਹੁਣ ਇਹਦਾ ਦੇਣਾ ਸਾਡੇ ਵਾਸਤੇ ਆਧਾਰ ਰਿਹਾ, ਜਦੋਂ ਸਮਾਂ ਆਊਗਾ ਨਾ ਆਪਾਂ ਇਹਦਾ ਦੇਣ ਜ਼ਰੂਰ ਦੇਵਾਂਗੇ। ਇਹ ਕਹਿ ਕੇ ਹੈ ਨਾ ਅਤੇ ਬਾਬਾ ਇੰਦਰ ਸਿੰਘ ਜਿਹੜੇ ਸੀਗੇ ਭਾਈ ਬਚਨ ਸਿੰਘ ਜਗੀਰ ਸਿੰਘ ਹੁਣਾਂ ਨੇ ਜਿਹੜੇ ਸੀ ਉਹ ਨਾਨਕਸਰ ਜਗਰਾਉਂ ਉਹ ਦਰਸ਼ਨਾਂ ਦੇ ਉੱਤੇ ਪਹੁੰਚ ਗਏ। ਜਦ ਦਰਸ਼ਨਾਂ ਦੇ ਉੱਤੇ ਪਹੁੰਚੇ ਆ ਉਸ ਤੋਂ ਬਾਅਦ ਫਿਰ ਸਮਾਂ ਆਇਆ ਜਦੋਂ ਭਾਈ ਇੰਦਰ ਸਿੰਘ ਜਿਹੜੇ ਸੀ ਉਹ ਸਮਾਂ ਪਾ ਕੇ ਬਾਬਾ ਨਾਨਕ ਸਿੰਘ ਦੀ ਬਖਸ਼ਿਸ਼ ਦੇ ਸਦਕੇ ਜਦੋਂ ਨਾਨਕਸਰ ਦੀ ਜਿਹੜੀ ਮੇਨ ਸੇਵਾ ਸੀ ਆਪਣੇ ਹੱਥ 'ਚ ਲਈ ਅਤੇ ਬਾਬਾ ਨਾਨਕ ਸਿੰਘ ਹੁਣਾਂ ਨੇ ਭਾਈ ਇੰਦਰ ਸਿੰਘ ਹੁਣਾਂ ਦਾ ਨਾਂ ਜਿਹੜਾ ਸੀ ਨਾ ਬਦਲ ਕੇ ਫਿਰ ਈਸ਼ਰ ਸਿੰਘ ਰੱਖ ਦਿੱਤਾ ਸੀ। ਜਦ ਈਸ਼ਰ ਸਿੰਘ ਰੱਖਿਆ ਤਾਂ ਮਹਾਂਪੁਰਖਾਂ ਨੇ ਫਿਰ ਉਸ ਟਾਈਮ ਨਾ ਤਲਾਅ ਦੀ ਸੇਵਾ ਕਰਾ ਰਹੇ ਸੀ, ਸਰੋਵਰ ਦੀ। ਜਦ ਸੇਵਾ ਕਰਾ ਰਹੇ ਸੀ ਤਾਂ ਇੱਧਰੋਂ ਹੈ ਨਾ ਫਿਰ ਜਿਹੜਾ ਬਚਨ ਸਿੰਘ ਸੀ ਇਹ ਵੀ ਸੇਵਾ ਕਰਨ ਆਇਆ। 2-4 ਦਿਨ ਸੇਵਾ ਕੀਤੀ। 2-4 ਦਿਨ ਸੇਵਾ ਤੋਂ ਬਾਅਦ ਅਤੇ ਬਾਬਾ ਈਸ਼ਰ ਸਿੰਘ ਹੁਣੀ ਜਿਹੜੇ ਸੀਗੇ ਉਹਨਾਂ ਟਾਈਮਾਂ 'ਚ ਜਦੋਂ ਆਪਣੇ ਸੇਵਾ ਕਰਾਉਣ ਦੇ ਸਮੇਂ ਆਪਣੇ ਕਮਰੇ 'ਚੋਂ ਨਿਕਲ ਕੇ ਬਾਹਰ ਆਏ, ਆ ਕੇ ਨਾ ਸਿੱਧੇ ਭਾਈ ਬਚਨ ਸਿੰਘ ਦੇ ਕੋਲ ਖੜ੍ਹ ਗਏ। ਖੜ੍ਹ ਕੇ ਜਦ ਬਚਨ ਸਿੰਘ ਵੱਲ ਦੇਖਿਆ ਤਾਂ ਬਚਨ ਸਿੰਘ ਬੜਾ ਉਦਾਸ ਖੜਾ ਸੀ। ਬਾਬਾ ਜੀ ਨੇ ਹੈ ਨਾ ਬਚਨ ਸਿੰਘ ਦੇ ਉਦਾਸੀ ਦਾ ਕਾਰਨ ਪੁੱਛਿਆ ਵੀ ਕਹਿੰਦੇ ਬਚਨ ਸਿੰਘ ਕੀ ਗੱਲ ਹੈ, ਤੇਰਾ ਬੜਾ ਉਦਾਸ ਹੈ। ਪਰ ਬਚਨ ਸਿੰਘ ਕੁਛ ਨਹੀਂ ਬੋਲਿਆ। ਬਾਬਾ ਜੀ ਨੇ ਦੁਬਾਰਾ ਪੁੱਛਿਆ, ਕਹਿੰਦੇ ਕੋਈ ਗੱਲ ਹੈ ਤਾਂ ਦੱਸ। ਅਤੇ ਬਚਨ ਸਿੰਘ ਕਹਿਣ ਲੱਗਾ ਕਿ ਆ ਜਿਹੜੀ ਮੇਰੀ ਮਾਈ ਆ ਨਾ ਇਹ ਮੇਰੀ ਸੱਸ ਹੈਗੀ ਆ ਅਤੇ 5 ਸਾਲ ਹੋ ਗਏ ਇਹਦੀਆਂ ਅੱਖਾਂ ਦੀ ਲਾਈਟ ਚੱਲ ਗਈ ਆ, ਬਹੁਤ ਇਲਾਜ ਕਰਾਇਆ, ਡਾਕਟਰਾਂ ਨੇ ਜਵਾਬ ਦੇ ਦਿੱਤਾ। ਇਹ ਮੈਨੂੰ ਬਾਰ-ਬਾਰ ਜ਼ੋਰ ਦਿੰਦੀ ਆ ਕਿ ਬਾਬਾ ਈਸ਼ਰ ਸਿੰਘ ਦੇ ਮੋਹਰੇ ਹੈ ਨਾ ਮੇਰੀ ਬੇਨਤੀ ਕਰ ਤਾਂ ਜੋ ਮੇਰੀ ਹੈ ਨਾ ਨਜ਼ਰ ਜਿਹੜੀ ਵਾਪਸ ਆ ਜਾਵੇ। ਜਦ ਇੰਨੀ ਗੱਲ ਹੋਈ ਤਾਂ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਸ ਮਾਈ ਵੱਲ ਦੇਖਿਆ। ਦੇਖਦੇ ਸਾਰੇ ਕਹਿਣ ਲੱਗੇ, ਕਹਿੰਦੇ ਭਾਈ ਇਹ ਤਾਂ ਉਹੀ ਮਾਈ ਆ ਜਿਹਨੇ ਸਾਨੂੰ ਖੰਡ ਅਤੇ ਦੇਸੀ ਘਿਓ ਖਿਲਾਇਆ ਸੀ।
ਜਦੋਂ ਇਹ ਬਚਨ ਜਿਹੜੇ ਸੀ ਬਾਬਾ ਈਸ਼ਰ ਸਿੰਘ ਹੁਣਾਂ ਨੇ ਕੀਤੇ, ਉਸ ਟਾਈਮ ਭਾਈ ਬਚਨ ਸਿੰਘ ਜੀ ਹੈਰਾਨ ਰਹਿ ਗਏ। ਕਹਿਣ ਲੱਗੇ ਮਹਾਂਪੁਰਖੋ ਇੰਨੇ ਸਾਲ ਦੀ ਪੁਰਾਣੀ ਗੱਲ ਅਜੇ ਵੀ ਤੁਹਾਨੂੰ ਯਾਦ ਆ? ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਜੇ ਤਾਂ ਕਰਜ਼ਾ ਦੇਣਾ ਹੋਵੇ ਉਹਨੂੰ ਕਦੇ ਨਹੀਂ ਭੁਲਾਈ ਦਾ। ਇਸ ਮਾਈ ਦਾ ਅਸੀਂ ਕਰਜ਼ਾ ਦੇਣਾ ਹੈ, ਕਿਉਂਕਿ ਉਸ ਟਾਈਮ ਇਹਨੇ ਸਾਡੀ ਬੜੀ ਸੇਵਾ ਕੀਤੀ ਸੀ। ਜਦ ਇਹ ਬਚਨ ਜਿਹੜੇ ਸੀ ਬਾਬਾ ਈਸ਼ਰ ਸਿੰਘ ਹੁਣਾਂ ਨੇ ਕੀਤੇ ਸੀਗੇ, ਤੇ ਫਿਰ ਭਾਈ ਬਚਨ ਸਿੰਘ ਜਿਹੜੇ ਸੀਗੇ ਚੁੱਪ ਕਰ ਗਏ। ਤੇ ਬਾਬਾ ਜੀ ਵੀ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਇਸ ਤਰ੍ਹਾਂ ਕਰੋ, ਇਸ ਮਾਈ ਨੂੰ ਨਾ ਮਲੌਦ ਲੈ ਜਾਓ। ਜਿਹੜਾ ਮਲੌਦ ਆ ਪਟਿਆਲੇ ਰਿਆਸਤ ਵਿੱਚ ਪੈਂਦੀ ਆ। ਉੱਥੇ ਇੱਕ ਡਾਕਟਰ ਦਾ ਨਾਂ ਦੱਸਿਆ ਮਹਾਂਪੁਰਖਾਂ ਨੇ, ਕਹਿੰਦੇ ਉਹਦੇ ਕੋਲ ਚਲੇ ਜਾਓ ਅਤੇ ਉੱਥੇ ਮਾਈ ਦੀ ਜਿਹੜੀ ਹੈ ਨਾ ਅੱਖਾਂ ਦੀ ਜੋ ਰੋਸ਼ਨੀ ਹੈਗੀ ਆ ਉੱਥੋਂ ਚੈੱਕ ਕਰਾ ਲਓ, ਗੁਰੂ ਭਲੀ ਕਰੂਗਾ। ਦੇਖੋ ਜਦ ਇਹ ਗੱਲ ਹੋਈ ਤਾਂ ਫਿਰ ਬਚਨ ਸਿੰਘ ਜਿਹੜੇ ਸੀ ਮਨ 'ਚ ਬੜੇ ਪ੍ਰਸੰਨ ਹੋਏ, ਆਪਣੀ ਸੱਸ ਨੂੰ ਲੈ ਕੇ ਨਾ ਮਲੌਦ ਚਲੇ ਗਏ। ਜਦ ਮਲੌਦ ਗਏ ਤਾਂ ਡਾਕਟਰਾਂ ਨੇ ਕੀ ਕੀਤਾ, ਇਹਦੀ ਅੱਖ ਦਾ ਨਾ ਪ੍ਰਸ਼ਨ ਕੀਤਾ। ਜਦ ਪ੍ਰਸ਼ਨ ਕੀਤਾ, ਜਿਹੜੀ ਨਿਗਾਹ ਸੀਗੀ 9/9 ਪਹਿਲੇ ਵਾਂਗੂ ਐਨ ਪੂਰਾ ਚਾਨਣ ਦੇ ਤੌਰ 'ਤੇ ਦੁਬਾਰਾ ਜਿਹੜੀ ਸੀ ਉਹ ਜਾਗਰਤ ਹੋ ਗਈ, ਜਦ ਕਿ ਪਹਿਲਾਂ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਇੱਕ ਜਾਰੀ ਕਲਾਮਤ ਹੋਈ ਸੀ। ਅਤੇ ਜਿਸ ਕਰਕੇ ਇਹ ਬਚਨ ਸਿੰਘ ਦੀ ਜਿਹੜੀ ਸੱਸ ਸੀ ਮਹਾਂਪੁਰਖਾਂ ਨੂੰ ਜਿਹੜੀ ਸੀ ਉਹ ਅਸੀਸਾਂ ਦਿੰਦੀ ਜਿਹੜੀ ਸੀ ਉਹ ਨਹੀਂ ਸੀ ਥੱਕਦੀ। ਸੋ ਇਹ ਹੈ ਮਹਾਂਪੁਰਖਾਂ ਦਾ ਜੋ ਸੰਤ ਬਾਬਾ ਇੰਦਰ ਸਿੰਘ ਜਿਹੜੇ ਸੀ ਉਹਨਾਂ ਟਾਈਮਾਂ ਦੇ ਵਿੱਚ ਜੋ ਬਚਨ ਕੀਤਾ ਸੀਗਾ ਕਿ ਅਸੀਂ ਇਸ ਮਾਈ ਨੂੰ ਕੁਛ ਦੇਣਾ ਹੈਗਾ, ਪਰ ਆਧਾਰ ਰਿਹਾ। ਸੋ ਮਹਾਂਪੁਰਖਾਂ ਨੇ ਇਸ ਦੀ ਨਜ਼ਰ ਨੂੰ ਹੈ ਨਾ ਇਸ ਢੰਗ ਦੇ ਨਾਲ ਲਟਾ ਕੇ ਇਸ ਮਾਈ ਨੂੰ ਨਿਹਾਲ ਕਰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਨਾ ਅੰਮ੍ਰਿਤ ਛਕਾਉਣ ਦੀ ਜਿਹੜੀ ਰਫਤਾਰ ਸੀ, ਸੇਵਾ ਸੀਗੀ, ਬੜੀ ਤੇਜ਼ ਕਰ ਦਿੱਤੀ ਸੀ। ਇਸ ਸੇਵਾ ਦੇ ਵਿੱਚ ਮਹਾਂਪੁਰਖਾਂ ਨੇ ਇੱਕ ਬੜੀ ਯੋਜਨਾ ਬਹੁਤ ਸੁੰਦਰ ਬਣਾਈ ਸੀ। ਉਹਦੇ ਵਿੱਚ ਮਹਾਂਪੁਰਖ ਨੇ ਕੀਤਾ ਸੀਗਾ ਕਿ ਜਿਸ ਪਿੰਡ ਵਿੱਚ ਅੰਮ੍ਰਿਤ ਛਕਾਉਣਾ ਹੋਵੇ ਉੱਥੇ ਪਹਿਲਾਂ ਰਾਗੀ ਸਿੰਘਾਂ ਨੂੰ ਭੇਜ ਦਿੰਦੇ ਸੀਗੇ। ਉੱਥੇ ਜਾ ਕੇ ਰਾਗੀ ਸਿੰਘ 1.5-2 ਘੰਟਾ ਕੀਰਤਨ ਕਰਦੇ ਸੀ। ਫਿਰ ਬਾਬਾ ਈਸ਼ਰ ਸਿੰਘ ਜੀ ਪਹੁੰਚ ਜਾਂਦੇ ਸੀਗੇ। ਉੱਥੇ ਪਹੁੰਚ ਕੇ ਫਿਰ ਹੈ ਨਾ ਸਾਰੀ ਸੰਗਤ ਨੂੰ ਅੰਮ੍ਰਿਤ ਦੀ ਮਹਿਮਾ ਜਿਹੜੀ ਸੀਗੀ ਉਹਦੇ ਬਾਰੇ ਜਾਣਕਾਰੀ ਦਿੰਦੇ ਸੀ। ਜਦ ਅੰਮ੍ਰਿਤ ਦੀ ਮਹਾਨਤਾ ਦੀ ਜਾਣਕਾਰੀ ਦਿੰਦੇ ਸੀਗੇ, ਜਾਣਕਾਰੀ ਦੇ ਕੇ ਫਿਰ 5 ਪਿਆਰੇ ਆ ਜਾਂਦੇ ਸੀਗੇ ਅਤੇ ਸੰਗਤਾਂ ਜਿਹੜੀਆਂ ਸੁਣਦੀਆਂ ਸੀਗੀਆਂ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਂਦੀਆਂ ਸੀਗੀਆਂ। ਇਸ ਤਰ੍ਹਾਂ ਬਾਬਾ ਜੀ ਜਿਹੜੇ ਸੀਗੇ ਨਾ ਇਹਨੇ ਅੰਮ੍ਰਿਤ ਛਕਾਉਣ ਦਾ ਜਿਹੜਾ ਸੀਗਾ ਉਹ ਸਾਰਾ ਜੋ ਸੇਵਾ ਦਾ ਸਿਲਸਿਲੇ ਬਾਈ ਕੰਮ ਸੀਗਾ ਸ਼ੁਰੂ ਕਰ ਦਿੱਤਾ। ਅਤੇ ਇੱਕ ਦਿਨ ਦੇ ਵਿੱਚ 10-10 ਪਿੰਡਾਂ ਦੇ ਵਿੱਚ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਸੇ ਢੰਗ ਤਰੀਕੇ ਨਾਲ ਫਿਰ ਅੰਮ੍ਰਿਤ ਜਿਹੜਾ ਸੀਗਾ ਉਹ ਛਕਾਇਆ ਸੀਗਾ। ਸੋ ਜਦ ਇਸ ਤਰ੍ਹਾਂ ਅੰਮ੍ਰਿਤ ਛਕਾਉਂਦੇ ਗਏ, ਮਹਾਂਪੁਰਖਾਂ ਦੀ ਸੋਭਾ ਜਿਹੜੀ ਸੀ ਦੂਰ ਦੂਰ ਤੱਕ ਵਧਣ ਲੱਗੀ। ਦੂਰੋਂ ਦੂਰੋਂ ਪ੍ਰੇਮੀ ਜਿਹੜੇ ਸੀ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੇ ਦਰਸ਼ਨਾਂ ਤਰਸਣ ਲੱਗੇ। ਅਤੇ ਇੱਕ ਭਾਈ ਗੱਜਣ ਸਿੰਘ ਜੀ ਹੋਏ ਆ। ਇਹ ਜਿਹੜੇ ਭਾਈ ਗੱਜਣ ਸਿੰਘ ਸੀਗੇ ਇਹ ਸ਼ਿੰਬਾ ਜਾਤ ਦੇ ਸੀਗੇ ਅਤੇ ਇਹ ਕਲਕੱਤੇ ਡਰਾਈਵਰੀ ਦਾ ਕੰਮ ਕਰਦੇ ਹੁੰਦੇ ਸੀ। ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। ਜਦ ਸੰਤ ਬਾਬਾ ਈਸ਼ਰ ਸਿੰਘ ਹੁਣ ਦੇ ਬਚਨ ਬਲਾ ਸੁਣੇ, ਦਰਸ਼ਨ ਕੀਤੇ, ਮਨ ਦੇ ਵਿੱਚ ਬੜਾ ਚਾਅ ਅਤੇ ਪ੍ਰਸੰਨਤਾ ਵਧੀ। 2-4 ਦੇ ਸੰਗਤ ਕਰਨ ਤੋਂ ਬਾਅਦ ਇਹਨਾਂ ਨੇ ਹੈ ਨਾ ਫਿਰ ਮਹਾਂਪੁਰਖਾਂ ਅੱਗੇ ਬੇਨਤੀ ਕੀਤੀ ਕਿ ਮਹਾਂਪੁਰਖੋ ਤੁਸੀਂ ਹੈ ਨਾ ਕਲਕੱਤੇ ਚਲੇ ਜਾਓ। ਕਲਕੱਤੇ ਜਾਓਗੇ ਤਾਂ ਉੱਥੇ ਬਹੁਤ ਸਾਰੇ ਪ੍ਰੇਮੀ ਜਿਹੜੇ ਨੇ ਆਪ ਜੀ ਦੇ ਦਰਸ਼ਨ ਨੂੰ ਲੋਚਦੇ ਆ। ਜਦ ਇਹ ਗੱਲ ਕੀਤੀ ਸੀ ਤਾਂ ਮਹਾਂਪੁਰਖ ਨੇ ਆਖਿਆ ਸੀ, ਕਹਿੰਦੇ ਭਾਈ ਕਲਕੱਤਾ ਬੜਾ ਦੂਰ ਪੈਂਦਾ ਹੈਗਾ ਇੱਥੋਂ। ਦੂਸਰੀ ਗੱਲ ਹੈ ਕਿ ਜੇ ਅਸੀਂ ਕਲਕੱਤੇ ਚਲੇ ਵੀ ਜਾਈਏ ਤਾਂ 10-15 ਸਿੰਘ ਸਾਡੇ ਨਾਲ ਹੋਣਗੇ, ਇਸ ਕਰਕੇ ਤੁਹਾਡਾ ਖਰਚਾ ਜ਼ਿਆਦਾ ਵੱਧ ਜਾਊਗਾ। ਪਰ ਤੂੰ ਇਸ ਤਰ੍ਹਾਂ ਕਰ ਵੀ ਹੈ ਨਾ ਜਿੰਨੀ ਤੇਰੇ ਤੋਂ ਸੰਗਤ ਹੁੰਦੀ ਆ ਓਨੀ ਕਰ। ਜਦ ਇਹ ਗੱਲ ਹੋਈ ਤਾਂ ਭਾਈ ਗੱਜਣ ਸਿੰਘ ਸੀ ਇਹ ਜੋ ਸੰਗਤ ਕਰਨੇ ਲੱਗੇ ਤਿਉਂ ਤੋਂ ਇਹਨਾਂ ਦਾ ਪ੍ਰੇਮ ਜਿਹੜਾ ਸੀ ਬਾਬਾ ਜੀ ਦੇ ਪ੍ਰਤੀ ਹੋਰ ਵੀ ਵਧਿਆ। ਪਰ ਫਿਰ ਇਹ ਕਲਕੱਤੇ ਚਲ ਗਏ। ਕਲਕੱਤੇੋਂ ਆ ਕੇ ਉੱਥੇ ਆਪਣੇ ਨਾਲ ਦੇ ਜਿਹਨੇ ਡਰਾਈਵਰ ਸੀ ਉਹਨਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਉਹਨਾਂ ਦੀ ਮਹਿਮਾ ਦੱਸੀ। ਉਹਨਾਂ ਦੇ ਵਿੱਚ ਵੀ ਚਾਅ ਹੋਇਆ ਕਿ ਜੇ ਮਹਾਂਪੁਰਖ ਇੱਥੇ ਕਲਕੱਤੇ ਆ ਜਾਣ, ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਅੰਮ੍ਰਿਤ ਛਕਣ ਵਾਸਤੇ ਤਿਆਰ ਖੜੀਆਂ ਹੈਗੀਆਂ। ਇਹ ਕਹਿ ਕੇ ਹੈ ਨਾ ਗੱਜਣ ਸਿੰਘ ਨੂੰ ਵਾਪਸ ਭੇਜ ਦਿੱਤਾ। ਜਦ ਵਾਪਸ ਆਏ ਗੱਜਣ ਸਿੰਘ ਤਾਂ ਇਹਨਾਂ ਨੇ ਮੁੜ ਕੇ ਫਿਰ ਸੰਤ ਅੱਗੇ ਬੇਨਤੀ ਕੀਤੀ ਕਿ ਮਹਾਂਪੁਰਖ ਤੁਸੀਂ ਕਲਕੱਤੇ ਜ਼ਰੂਰ ਪਹੁੰਚੋ। ਪਰ ਇਹ ਗੱਜਣ ਸਿੰਘ ਦੇ ਕਹਿਣ 'ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਵੀ ਅਜੇ ਸਮਾਂ ਨਹੀਂ ਆਇਆ, ਜਦੋਂ ਸਮਾਂ ਆਊਗਾ ਤਾਂ ਅਸੀਂ ਜ਼ਰੂਰ ਆਵਾਂਗੇ। ਪਰ ਭਾਈ ਗੱਜਣ ਸਿੰਘ ਨੇ ਪ੍ਰਣ ਕੀਤਾ ਕਿ ਮਹਾਂਪੁਰਖ ਜਦ ਤੱਕ ਤੁਸੀਂ ਹੈ ਨਾ ਕਲਕੱਤੇ ਨਹੀਂ ਜਾਂਦੇ ਤਦ ਤੱਕ ਮੈਂ ਜਿਹੜਾ ਹੈ ਨਾ ਉੱਥੇ ਕਲਕੱਤੇ ਡਰਾਈਵਰੀ 'ਤੇ ਨੌਕਰੀ ਨਹੀਂ ਕਰਨੀ ਹੈਗੀ। ਇਹ ਕਹਿ ਕੇ ਹੈ ਨਾ ਭਾਈ ਗੱਜਣ ਸਿੰਘ ਜਿਹੜੇ ਸੀਗੇ ਉਹ ਪੱਕੇ ਸੇਵਾ ਦੇ ਵਿੱਚ ਜੁਟ ਗਏ। ਜਦ ਜੁਟ ਗਏ ਅਤੇ ਉੱਧਰੋਂ ਜਿੱਧਰ ਡਰਾਈਵਰੀ ਕਰਦੇ ਸੀਗੇ ਉੱਧਰੋਂ ਮਾਲਕ ਨੇ ਭਾਈ ਗੱਜਣ ਸਿੰਘ ਨੂੰ ਕਹਿ ਦਿੱਤਾ ਕਿ ਜੇ ਤੂੰ ਇਸ ਟਾਈਮ ਆਉਣਾ ਤਾਂ ਠੀਕ ਹੈ, ਨਹੀਂ ਤਾਂ ਤੈਨੂੰ ਨੌਕਰੀ ਤੋਂ ਨਿਕਾਲ ਦਿੱਤਾ ਜਾਊਗਾ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਭਾਈ ਗੱਜਣ ਸਿੰਘ ਨੂੰ ਆਪਣੇ ਕੋਲ ਬੁਲਾਇਆ। ਕਹਿਣ ਲੱਗੇ ਵੀ ਚਲੋ ਠੀਕ ਹੈ, ਅਗਰ ਤੂੰ ਜ਼ਿਆਦਾ ਹੀ ਜਿੱਦ ਕਰਦਾ ਤਾਂ ਅਸੀਂ ਕਲਕੱਤੇ ਜਾਣ ਨੂੰ ਤਿਆਰ ਹੈਗੇ ਹਾਂ। ਅਤੇ ਤੂੰ ਇਸ ਤਰ੍ਹਾਂ ਕਰ ਵੀ ਤੇਰੇ ਨਾਲ ਦੇ ਜਿੰਨੇ ਸਾਥੀ ਆ ਉਹਨਾਂ ਨੂੰ ਸੁਨੇਹਾ ਦੇ ਦੇ ਕਿ ਅਸੀਂ ਹੈ ਨਾ ਕਲਕੱਤੇ ਸ਼ੀਘਰ ਹੀ ਆ ਰਹੇ ਹਾਂ। ਇਹ ਕਹਿ ਕੇ ਤਾਂ ਫਿਰ ਭਾਈ ਗੱਜਣ ਸਿੰਘ ਹੁਣੀ ਸੀ ਮਨ 'ਚ ਬੜੇ ਪ੍ਰਸੰਨ ਹੋਏ। ਉਹਨਾਂ ਨੇ ਉਸੇ ਟਾਈਮ ਇੱਕ ਤਾਰ ਜਿਹੜੀ ਸੀ ਹੈ ਨਾ ਉਹ ਕਲਕੱਤੇ ਭੇਜ ਦਿੱਤੀ। ਜਦ ਤਾਰ ਕਲਕੱਤੇ ਗਈ ਆ, ਇਸ ਤਾਰ ਤੋਂ ਬਾਅਦ ਜਿੰਨੇ ਕਲਕੱਤੇ ਦੇ ਪ੍ਰੇਮੀ ਸੀ ਬੜੇ ਖੁਸ਼ ਹੋਏ। ਅਤੇ ਮਹਾਂਪੁਰਖ ਜਿਹੜੇ ਸੀਗੇ ਇੱਥੋਂ ਕੁਛ ਸੱਜਣ ਲੈ ਕੇ ਪਹਿਲਾਂ ਹੈ ਨਾ ਆਪਣੇ ਦਿੱਲੀ ਪਹੁੰਚੇ ਆ।
जब दिल्ली पहुंचे इन्हां सज्जणों के विच भाई साधू सिंह जी, भाई गुरदयाल सिंह जी, भाई केर सिंह जी, भाई जसवंत सिंह जी ते दास गुरमुख सिंह इत आदਿਕ ਜਿਹੜੇ ना काफ़ी ਜਿਹੜੇ सेवादार ਸੀਗੇ प्रमुख ਉਹ ਮਹਾਂਪੁਰਖਾਂ ਦੇ ਨਾਲ ਦਿੱਲੀ ਗਏ। जब बाबा जी दिल्ली गए इत्थे गुरुद्वारे साहिबां दे दर्शन करन तो उपरंत 2-3 दिन ਜਿਹੜੇ ਸੀ ਉਹ ਦਿੱਲੀ ਮਹਾਂਪੁਰਖਾਂ ਨੇ आराम किया। उस तो बाद फिर भाई गज्जन सिंह हुणां ने ਮਹਾਂਪੁਰਖਾਂ वास्ते दिल्ली तो कलकत्ते दीयां टिकटां लै लईआं। जब दिल्ली तो कलकत्ते दीयां टिकटां लै लईआं कारण ऐसा होया कि भाई गज्जन सिंह दीयां ਜਿਹੜੀਆਂ खरीदियां होईआं टिकटां सीगीआं ਉਹ अचानक गुम हो गईआं। जब टिकटां गुम होईआं तो भाई गज्जन सिंह हुणां नूं जिहड़ा सीगा बड़ा इस चीज़ दा फिकर लगा भी टिकटां मेरियां ਜਿਹੜੀਆਂ ਸੀ ਉਹ कोल पईआं सीगीआं किवें गुम हो गईआं हैगीआं। पर फिर उस टाइम कीता की जावे। पर फिर है ना भाई गज्जन सिंह हुणां दे साथी भाई बलवंत सिंह ਜਿਹੜੇ ਸੀਗੇ ਤੇ ਇਹਨਾਂ ਦੇ ਹੋਰ ਸਾਥੀ ਸੀ। ਜਦ ਇਹਨਾਂ ਨੂੰ ਪਤਾ ਲੱਗਾ ਕਿ ਮਹਾਂਪੁਰਖ ਦਿੱਲੀ ਪਹੁੰਚ ਗਏ ਆ ਤੇ ਇਹਨਾਂ ਨੇ ਕਲਕੱਤੇ ਦੇ ਵਿੱਚ ਇੱਕ ਸੇਠ ਜੈਨੀ ਸੀਗਾ। ਇਹ ਜਿਹੜਾ ਸੇਠ ਜੈਨੀ ਸੀਗਾ ਇਹ ਮਾਲਵਾੜੀ ਸੀਗਾ ਤੇ ਇਹਦੀ ਇੱਕ ਕੋਠੀ ਕਲਕੱਤੇੋਂ ਬਾਹਰ ਜਿਹੜੀ ਸੀ ਬੜੀ ਸੁੰਦਰ ਜਗ੍ਹਾ ਤੇ ਸੀਗੀ ਤੇ ਇਸ ਕੋਠੀ ਨੂੰ ਕਿਰਾਏ ਤੇ ਲੈਣ ਵਾਸਤੇ ਭਾਈ ਬਲਵੰਤ ਸਿੰਘ ਤੇ ਇਹਦੇ ਸਾਥੀ ਜਿਹੜੇ ਸੀਗੇ ਹਨਾ ਇਸ ਸੇਠ ਦੇ ਕੋਲ ਪਹੁੰਚੇ। जब सेठ के कोल पहुँचे तो ये सारी गलबात की भी पंजाब तो है ना संत ईशर सिंह महापुरख जोड़े कलकत्ते आ रहे हैं तो उन्होंने रिहायश वास्ते ये जी तुहाडी कोठी है सानू किराए ते चाहिदी है। जब इस तरह की गलबात जी सी इस सेठ के नाल होई आ तो इस जैनी सेठ ने उस टाइम फिर भाई बलवंत सिंह नूं कहता सीगा कि मैं कोठी किराए ते तो दूँगा पर मैं रोज़ का किराया जिहड़ा है ना 100 रुपया वसूल करूँगा। जब इन्नी गल हुई तो फिर भाई बलवंत सिंह के साथियों ने कहा भी तू थोड़े पैसे घट कर ला। पर वो जिहड़ा सेठ सी जैनी मन्निया नहीं, कहता भी मैं रुपया घट नहीं करना है, जे तैनूं मंजूर है तो ठीक है, जे नहीं तो मैं कोठी किराए ते नहीं देनी। देखो फिर भाई बलवंत सिंह तो वो साथी कहने लगे चल ठीक है असीं ये तेरी कोठी जिहड़ी है ना 1 महीने वास्ते किराए ते लै लैंदे हां। तो ये कह के इन्हां ने ना सेठ नूं कुछ बयाना दे दिता, बयाना दे के ना कोठी किराए ते पक्की कर ली। जद किराए ते कोठी पक्की की तो उस तो बाद इसे ही जैनी सेठ नूं ना कुछ लोगों ने जिहड़ा सीगा ये चुक दे के ये कहना शुरू कर दिता भी ये सरदार लोकी जिन्हां नूं तुसीं कोठी किराए ते दे दित्ती आ ये जिहड़े लोकी हैगे एक बार जिस कोठी ते कब्जा कर लैण मुड़ के छड्डदे नहीं आ, क्योंकि इन्हां ने तेरी कोठी 1 महीने वास्ते किराए ते लई आ ते अगर ये किसी कोठी दे उत्ते खंड पाठ करा के 2 दिनां बाद ही उत्ते कब्जा कर लैंदे आ तो कब्जा करने तो बाद फिर जी सरकार हैगी वो भी इन्हों इत्थों कढ़ नहीं सकती। सो इस तरह के जोड़े है ना झूठे जो लोगों ने है ना उस सेठ के कन्न भरे। इस तरह कन्न भरन तो बाद वो सेठ जिहड़ा सीगा जैनी वो बड़ा मन च घबरा गया। जद घबरा गया सवेरे गड्डी लैके है ना वो सरदार बलवंत सिंह हुणां दे कोल चले गया। जद चले गया तो उन्हें बड़े नाटकी ढंग नाल बलवंत सिंह नूं कहना शुरू कर दिता भी आ जिहड़ी मैं कोठी बनाई हैगी आ ये कोठी अंग्रेज़ों वास्ते बनाई आ उन्होंने किराए ते देण वास्ते, क्योंकि ये कोठी जिहड़ी है जां तां टी पार्टी वास्ते अंग्रेज़ वरतदे जां ब्याह शादी वास्ते आ, इस करके मैं ये कोठी जिहड़ी है ना तुहानूं किराए ते नहीं देनी। पर भाई बलवंत सिंह ने कहता कि पहलां तो तूं साडे नाल बयाना कर लिया हैगा हुण तूं कोठी तो मुक रिहा हैगा। पर वो जिहड़ा सेठ कहण लगा कि ठीक है मैं तुहाडा बयाना वापस कर दिंदा पर मैं कोठी जिहड़ी है ना हुण तुहानूं किराए ते नहीं देनी। जदों पूरी तरह मुकर गया तो फिर भाई बलवंत सिंह नाल दे सज्जन सोची पै गए कि महापुरखां दे आउण दा टाइम हो गया हुण की करांगे। पर सारिਆਂ ने है ना सलाह करके फिर दोबारा जिहड़ी सी ये कहता भी चलो इस तरह करते हैं जदों महापुरख इत्थे आउणगे तद तक असीं एक हाई स्कूल जिहड़ा ना खालसा हाई स्कूल आ उत्थे महापुरखां दी रिहायश जिहड़ी है ना उत्थे कर दिंदे आ। उस तो बाद जिवें महापुरख होणगे जिस तरह कहणगे उस तरह कर लवांगे। अगर कोई जगह महापुरखां नूं पसंद आ गई उत्थे बाबा ईशर सिंह हुणां दी रिहायश कर देंगे। वैसे तो सारी संगत नूं पता हैगा कि महापुरख जिहड़े है ना कोठियां विच रहना पसंद नहीं करते, किसी जंगल अजाड़ जिहड़ी हैगी उहदे विच रहना ज़्यादा पसंद करते हैं। पर संगत ने आख्या सीगा कि देखो असीं इस कलकत्ते रहिंदे आ, इस तरह अगर महापुरख किसी अजाड़ विच बैठणगे है ना तो फिर असीं महापुरखां नूं आप सद्दे ते बुलाया है तो साडी इहदे विच बड़ी भारी नारादरी होगी। देखो ये सोच के है ना फिर सारिਆਂ ने सलाह की तो महापुरखां दा प्रबंध जिहड़ा सीगा एक खालसा हाई स्कूल दे विच पक्का कर लिया। जद खालसा हाई स्कूल दे विच पक्का कीता उधर ये जिहड़ा जैनी सेठ सी जद रात नूं सुत्ता पिया जद 2 बजे है ना अचनचेत सेठ नूं सुपना आया। इस सुपने च ने की देखा कि एक चिट्टे कपड़े वाला कोई दिव्य मूर्ति जिहड़ा बड़ा तेजस्वी पुरख जिहड़ा है ना सामने खड़ा हैगा। जद ये सेठ ने उस तेजस्वी पुरख नूं देखा ये है ना सुत्तिया पै उठ के बैठ गया। जद उठ के बैठ गया तो इन्हें बैठे बैठे है ना उस नूं प्रणाम किया। जद सिर झुका के मत्था टेकिया तो फिर वो जिहड़ा
ਦਿਵਯ ਪੁਰਸ਼ ਸੀਗਾ ਜਿਹੜਾ ਸੁਪਨੇ 'ਚ ਆਇਆ ਸੀਗਾ, ਉਹਨੇ ਸੇਠ ਨੂੰ ਕਿਹਾ, ਕਹਿੰਦੇ ਸੇਠ ਆ ਜਿਹੜਾ ਤੂੰ ਸਿਰ ਨਿਭਾਉਂਦਾ ਹੈ ਨਾ, ਇਹ ਝੂਠ ਤੋਂ ਸਿਵਾਏ ਕੁਛ ਨਹੀਂ ਹੈ। ਝੂਠ ਨਾਲ ਜਿਹੜਾ ਨਿਭਾਇਆ ਹੋਇਆ ਸਿਰ ਵਾ ਕਦੀ ਕਹਿੰਦੇ ਪ੍ਰਵਾਨ ਨਹੀਂ ਹੁੰਦਾ। ਜਦ ਇੰਨੀ ਗੱਲ ਹੋਈ ਸੇਠ ਬੜਾ ਹੈਰਾਨ ਹੋਇਆ ਉਸ ਤਪਸਵੀ ਪੁਰਸ਼ ਦੀ ਇਹ ਗੱਲ ਸੁਣ ਕੇ। ਉਹ ਕਹਿਣ ਲੱਗਾ ਜੀ ਮੈਂ ਤਾਂ ਕੋਈ ਝੂਠ ਨਹੀਂ ਬੋਲਿਆ ਹੈਗਾ, ਮੈਂ ਤਾਂ ਆਪ ਜੀ ਨੂੰ ਸਲਾਮ ਕੀਤੀ ਹੈਗੀ ਆ, ਇਸ ਕਰਕੇ ਮੈਂ ਤੁਹਾਨੂੰ ਅਗਰ ਇਸ ਤਰ੍ਹਾਂ ਤੁਹਾਡੀ ਸਲਾਮ ਮਨਜ਼ੂਰ ਨਹੀਂ ਹੈ ਤਾਂ ਮੈਂ ਤੁਹਾਨੂੰ ਹੈ ਨਾ ਵਾਰ-ਵਾਰ ਦੂਸਰੇ ਤਰ੍ਹਾਂ ਸਲਾਮ ਕਰ ਦਿੰਦਾ। ਇਸ ਤਰ੍ਹਾਂ ਵਾਰ-ਵਾਰ ਝੁਕਣ ਨਾਲ ਫਿਰ ਉਹ ਦਿਵਯ ਪੁਰਖ ਸੁਪਨੇ 'ਚ ਸੇਠ ਨੂੰ ਕਹਿਣ ਲੱਗੇ ਸੀਗੇ, ਕਹਿੰਦੇ ਵੀ ਇਹ ਤੇਰਾ ਵਾਰ-ਵਾਰ ਝੁਕਣਾ ਇਹ ਮਿਰਗ ਦੇ ਸ਼ਿਕਾਰੀ ਦੀ ਤਰ੍ਹਾਂ ਹੈਗਾ, ਇਹ ਸਾਨੂੰ ਮਨਜ਼ੂਰ ਨਹੀਂ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਸੇਠ ਕਹਿਣ ਲੱਗਾ ਕਿ ਮਹਾਂਪੁਰਖੋ ਮੈਂ ਸਮਝਿਆ ਨਹੀਂ। ਮਹਾਂਪੁਰਖ ਕਹਿੰਦੇ ਤੂੰ ਸ਼ੁੱਧ ਮਨ ਦੇ ਨਾਲ ਅਗਰ ਸਲਾਮ ਕਰਨੀ ਤਾਂ ਸ਼ੁੱਧ ਮਨ ਦੇ ਨਾਲ ਕਰ। ਜਦ ਇੰਨੀ ਗੱਲ ਹੋਈ ਤਾਂ ਉਹ ਸੇਠ ਕਹਿਣ ਲੱਗਾ ਜੀ ਦੱਸੋ ਮੈਂ ਸ਼ੁੱਧ ਮਨ ਦੇ ਨਾਲ ਸਲਾਮ ਕਿਵੇਂ ਕਰਾਂ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਤੇਰਾ ਸ਼ੁੱਧ ਮਨ ਕਰਨ ਲਈ ਤਾਂ ਅਸੀਂ ਤੇਰੇ ਪਾਸ ਆਏ ਹਾਂ, ਪਰ ਤੂੰ ਸਾਨੂੰ ਅੰਦਰ ਨਹੀਂ ਪੜਨ ਦਿੰਦਾ। ਜਦ ਇੰਨੀ ਗੱਲ ਉਹ ਸੇਠ ਹੈਰਾਨ ਹੋਇਆ, ਕਹਿਣ ਲੱਗਾ ਜੀ ਮੈਂ ਤਾਂ ਆਪ ਨੂੰ ਰੋਕਦਾ ਨਹੀਂ ਹੈ, ਆਪ ਅੰਦਰ ਆਉਣ ਵਾਸਤੇ ਜਿਹੜਾ ਹੈਗਾ ਇਹ ਕਿਉਂ ਕਹਿ ਰਹੇ ਇਸ ਤਰ੍ਹਾਂ। ਤਾਂ ਬਾਬਾ ਜੀ ਨੇ ਕਿਹਾ, ਕਹਿੰਦੇ ਦੇਖ ਭਾਈ ਤੇਰੇ ਕੋਲੋਂ ਕਹਿੰਦੇ ਵੀ ਜਿਹੜੇ ਸਰਦਾਰ ਸਿੱਖ ਸੰਗਤ ਸੀਗੀ ਉਹਨੇ ਕੋਠੀ ਲਈ ਸੀ ਕਿਰਾਏ ਦੇ ਵਾਸਤੇ, ਤੇਰੇ ਨਾਲ ਇਕਰਾਰ ਕੀਤਾ ਸੀ, ਤੂੰ ਕੋਠੀ ਦੇ ਕੇ ਜਿਹੜਾ ਸੀ ਦੁਬਾਰਾ ਮੁੱਕਰ ਗਿਆ ਅਤੇ ਬਿਆਨਾਂ ਦੇ ਕੇ ਦੁਬਾਰਾ ਮੁੱਕਰ ਗਿਆ। ਤੇਰੇ ਵਰਗਾ ਜਿਹੜਾ ਝੂਠਾ ਆਦਮੀ ਹੈਗਾ ਉਹ ਅਸੀਂ ਤਾਂ ਕਦੀ ਦੇਖਿਆ ਨਹੀਂ ਗਾ। ਤੂੰ ਤਾਂ ਆਪਣੇ ਆਪ ਨੂੰ ਜੈਨੀ ਕਹਾਉਂਦਾ, ਜੈਨੀ ਤਾਂ ਧਰਮ ਦੇ ਵਿੱਚ ਪੱਕੇ ਹੁੰਦੇ ਆ, ਪਰ ਤੂੰ ਇਹ ਕਲੰਕ ਆਪਣੇ ਮੂੰਹ 'ਤੇ ਲਾ ਲਿਆ ਹੈਗਾ। ਜਦ ਮਹਾਂਪੁਰਖਾਂ ਨੇ ਸੁਪਨੇ ਵਿੱਚ ਇਸ ਤਰ੍ਹਾਂ ਉਹ ਸੇਠ ਦੇ ਨਾਲ ਗੱਲਬਾਤ ਕੀਤੀ ਸੀ, ਉਹ ਸੇਠ ਮਨ ਹੀ ਮਨ ਬੜਾ ਸ਼ਰਮਿੰਦਾ ਹੋਇਆ ਅਤੇ ਸ਼ਰਮਿੰਦਾ ਹੋ ਕਹਿਣ ਲੱਗਾ ਕਿ ਮਹਾਂਪੁਰਖੋ ਇਹ ਜਿਹੜੀ ਮੇਰੇ ਤੋਂ ਗਲਤੀ ਹੋ ਗਈ ਹੈ ਲੋਕਾਂ ਦੀ ਚੁੱਕ ਦੇ ਵਿੱਚ ਹੋਈ ਆ, ਪਰ ਮੈਨੂੰ ਨਹੀਂ ਸੀ ਪਤਾ ਹੈਗਾ ਕਿ ਆਪ ਨੇ ਇਸ ਕੋਠੀ ਦੇ ਵਿੱਚ ਇਸ ਤਰ੍ਹਾਂ ਆ ਕੇ ਚਰਨ ਪਾ ਕੇ ਮੇਰੇ ਜੀਵਨ ਨੂੰ ਪਵਿੱਤਰ ਕਰਨਾ ਹੈ। ਸੋ ਜਦ ਸੇਠ ਨੇ ਜਿਹੜੀ ਸੀ ਇਹ ਗੱਲ ਮਹਾਂਪੁਰਖਾਂ ਨੂੰ ਕਹੀ ਆ ਅਤੇ ਉਸੇ ਟਾਈਮ ਸੇਠ ਦੀ ਅੱਖ ਖੁੱਲ੍ਹੀ। ਜਦ ਅੱਖ ਖੁੱਲ੍ਹੀ ਤਾਂ ਕੀ ਦੇਖਿਆ, ਸੇਠ ਉੱਠ ਕੇ ਬੈਠਾ ਹੈਗਾ। ਹੈਰਾਨ ਹੋ ਗਿਆ ਕਿ ਮੈਂ ਤਾਂ ਸੁੱਤਾ ਪਿਆ ਸੀ, ਮੈਂ ਸੁੱਤਾ ਪਿਆ ਉੱਠ ਕੇ ਬੈਠ ਗਿਆ ਹੈਗਾ। ਅਤੇ ਮਨ 'ਚ ਸੋਚਿਆ ਕਿ ਸੁਪਨਾ ਮੈਨੂੰ ਕਿਹੋ ਜਿਹਾ ਆਇਆ ਹੈਗਾ, ਇਹ ਮੈਂ ਜਾਗਦਾ ਸੀ ਜਾਂ ਸੁੱਤਾ ਸੀ। ਜਦੋਂ ਸੇਠ ਇਸ ਦੁਵਿਧੀ ਦੇ ਵਿੱਚ ਫਸਿਆ ਸੀਗਾ ਅਤੇ ਫਿਰ ਸੇਠ ਨੇ ਮਨ ਹੀ ਮਨ ਫੈਸਲਾ ਕੀਤਾ ਕਿ ਜਿਸ ਦਿਵਯ ਮੂਰਤੀ ਮਹਾਤਮਾ ਨੇ ਮੈਨੂੰ ਸੁਪਨੇ 'ਚ ਦਰਸ਼ਨ ਦੇ ਕੇ ਮੇਰੇ ਨਾਲ ਸਾਰੀਆਂ ਪ੍ਰਤੱਖ ਗੱਲਾਂ ਬਾਤਾਂ ਕੀਤੀਆਂ, ਅਗਰ ਉਹ ਮਹਾਤਮਾ ਮੇਰੇ ਸਾਹਮਣੇ ਆਏਗਾ ਤਾਂ ਮੈਂ ਉਹਨੂੰ ਸਹਿਜ ਦੇ ਨਾਲ ਹੀ ਪਛਾਣ ਲਊਂਗਾ। ਅਤੇ ਅਗਰ ਮੈਂ ਉਸ ਨੂੰ ਇਸੇ ਹੀ ਸੁਪਨੇ ਦੇ ਵਿੱਚ ਦੇਖਿਆ ਜਿਸ ਤਰ੍ਹਾਂ ਹੈ, ਅਗਰ ਉਸੇ ਤਰ੍ਹਾਂ ਦਾ ਹੋਏ ਤਾਂ ਮੈਂ ਸਾਰੀ ਜਿਹੜੀ ਸੇਵਾ ਹੈ ਨਾ ਬਿਲਕੁਲ ਬੜੇ ਚਾਅ ਦੇ ਨਾਲ ਅਤੇ ਸਾਰੀ ਸੇਵਾ ਫ੍ਰੀ ਕਰਾਂਗਾ। ਇਹ ਸੋਚ ਕੇ ਹੈ ਨਾ ਜਿਹੜਾ ਸੇਠ ਸੀਗਾ ਸਵੇਰੇ ਫਿਰ ਸਰਦਾਰ ਹੋਣਾ ਕੋ ਆ ਗਿਆ ਤਾਂ ਉਹਨਾਂ ਨੂੰ ਕਹਿਣ ਲੱਗਾ ਵੀ ਆਹ ਜਿਹੜੀ ਕੋਠੀ ਦਾ ਬਿਆਨਾ ਮੈਂ ਵਾਪਸ ਲੈ ਲਿਆ ਸੀਗਾ, ਤੁਸੀਂ ਇਸ ਤਰ੍ਹਾਂ ਕਰੋ ਵੀ ਇਸ ਕੋਠੀ 'ਤੇ ਹੈ ਨਾ ਆਪਣੇ ਮਹਾਤਮਾ ਜਿਹੜੇ ਹੈ ਉਹਨਾਂ ਦਾ ਉਤਾਰਾ ਕਰਾ ਦਿਓ। ਜਦ ਇੰਨੀ ਗੱਲ ਹੋਈ ਤਾਂ ਫਿਰ ਸਰਦਾਰ ਬਲਵੰਤ ਸਿੰਘ ਕਹਿਣ ਲੱਗੇ, ਪਹਿਲਾਂ ਤਾਂ ਤੂੰ ਮੁੱਕਰ ਗਿਆ ਸੀ, ਬਿਆਨਾ ਵਾਪਸ ਕਰ ਦਿੱਤਾ ਸੀ, ਹੁਣ ਤੂੰ ਫਿਰ ਦੁਬਾਰਾ ਕਹਿਣ ਲੱਗ ਪਿਆ ਕਿ ਦੁਬਾਰਾ ਇਸ ਤਰ੍ਹਾਂ ਕਰ ਲਓ। ਕਹਿੰਦੇ ਵੀ ਇਸ ਤਰ੍ਹਾਂ ਹੈ ਨਾ ਇਹ ਬਾਰ-ਬਾਰ ਕੰਮ ਕਰਨੇ ਚੰਗੇ ਨਹੀਂ ਆ। ਬਾਕੀ ਇਹ ਹੈ ਵੀ ਮੇਰੇ ਨੇ ਜਿੰਨੇ ਨਾਲ ਦੇ ਸਾਥੀ ਆ ਉਹਨਾਂ ਨੂੰ ਤੇਰੇ ਉੱਤੇ ਭਰੋਸਾ ਨਹੀਂ ਰਿਹਾ ਹੈਗਾ। ਜੇ ਮੈਂ ਤੇਰੀ ਗੱਲ ਕਰਕੇ ਇਹ ਕੋਠੀ ਫਿਰ ਕਿਰਾਏ 'ਤੇ ਲੈ ਲਈ ਆ ਅਤੇ ਕਿਤੇ ਐਸੀ ਗੱਲ ਨਾ ਹੋਵੇ ਕਿ ਮੈਨੂੰ ਇਹ ਕਿਰਾਇਆ ਇਕੱਲੇ ਨੂੰ ਭਰਨਾ ਪੈ ਜਾਵੇ ਅਤੇ ਮੇਰੇ ਲਈ ਬਹੁਤ ਮੁਸ਼ਕਿਲ ਹੈ। ਜਦ ਇਸ ਤਰ੍ਹਾਂ ਦੀ ਗੱਲਬਾਤ ਸਰਦਾਰ ਬਲਵੰਤ ਸਿੰਘ ਹੁਣਾਂ ਨੇ ਕੀਤੀ ਸੀ, ਫਿਰ ਉਹ ਸੇਠ ਜਿਹੜਾ ਸੀ ਉਹ ਚੁੱਪ ਕਰ ਗਿਆ ਸੀਗਾ। ਪਰ ਫਿਰ ਸਰਦਾਰ ਬਲਵੰਤ ਸਿੰਘ ਨੇ ਸੇਠ ਨੂੰ ਕਹਿ ਦਿੱਤਾ ਸੀਗਾ ਕਿ ਤੂੰ ਇਸ ਤਰ੍ਹਾਂ ਕਰ, ਕੱਲ੍ਹ ਮਹਾਂਪੁਰਖਾਂ ਨੇ ਜਿਹੜਾ ਹੈਗਾ ਉਹ ਕਲਕੱਤੇ ਆ ਜਾਣਾ ਹੈਗਾ ਅਤੇ ਅਸੀਂ ਸਟੇਸ਼ਨ 'ਤੇ ਲੈਣ ਜਾਣਾ ਹੈਗਾ ਅਤੇ ਤੂੰ ਮਹਾਂਪੁਰਖਾਂ ਦੇ ਕੋਲ ਜਾ ਕੇ ਜਿਵੇਂ ਤੇਰਾ ਮਨ ਕਰਦਾ ਹੈਗਾ ਗੱਲਬਾਤ ਕਰਕੇ ਦੇਖ ਲਈ। ਇਹ ਕਹਿ ਕੇ ਜਿਹੜਾ ਸੇਠ ਸੀ ਉਹ ਤਾਂ ਵਾਪਸ ਚਲਾ ਗਿਆ। ਇੱਧਰੋਂ ਭਾਈ ਗੱਜਣ ਸਿੰਘ ਜਿਨ੍ਹਾਂ ਦੀਆਂ ਟਿਕਟਾਂ ਗਵਾਚ ਗਈਆਂ ਸੀਗੀਆਂ ਉਹ ਮਨ ਹੀ ਮਨ ਅਰਦਾਸ ਕਰਨ ਲੱਗੇ ਵੀ 1200-1300 ਦੀਆਂ ਟਿਕਟਾਂ ਲਈਆਂ ਇਹ ਵੀ ਗੁੰਮ ਹੋ ਗਈਆਂ ਅਤੇ 1200-1300 ਰੁਪਈਆ ਮੇਰੇ 'ਤੇ ਖਰਚਾ ਪੈ ਜਾਣਾ। ਮੇਰੇ ਨਾਲ ਦੇ ਸੱਜਣ ਆ ਉਹ ਕਿਤੇ ਇਹ ਨਾ ਕਹਿਣ ਕਿ ਇੰਨੇ ਟਿਕਟਾਂ ਜਿਹੜੀਆਂ ਹੈ ਜਾਣ ਬੁੱਝ ਕੇ ਗਵਾਤੀਆਂ ਅਤੇ ਪੈਸੇ ਹੜੱਪ ਕਰ ਲਏ ਆ। ਜਦ ਇਹ ਗੱਲ ਉਹਦੇ ਮਨ 'ਚ ਚੱਲੀ ਅਤੇ ਇੱਧਰੋਂ ਘੰਟੀ ਜਿਹੜੀ ਸੀ ਬਾਬਾ ਈਸ਼ਰ ਸਿੰਘ ਹੋਣਾ ਦੇ ਵੀ ਖੜਕ ਗਏ। ਇਹਨਾਂ ਨੇ ਭਾਈ ਗੱਜਣ ਸਿੰਘ ਉਹਨਾਂ ਨੂੰ ਦਿੱਲੀ ਬੁਲਾ ਲਿਆ। ਦਿੱਲੀ ਬੁਲਾ ਕੇ ਕਹਿੰਦੇ, ਗੱਜਣ ਸਿੰਘ ਕੀ ਗੱਲ ਹੈ, ਟਿਕਟਾਂ ਗੁੰਮ ਹੋਣ ਦਾ ਫਿਕਰ ਤੂੰ ਕਿਉਂ ਕਰਦਾ ਹੈਗਾ, ਤੂੰ ਇਸ ਤਰ੍ਹਾਂ ਕਰ ਸਟੇਸ਼ਨ ਮਾਸਟਰ ਕੋਲ ਜਾ, ਉਹਦੇ ਨਾਲ ਗੱਲਬਾਤ ਕਰ। ਜਦ ਇਹ ਗੱਲ ਹੋਈ ਭਾਈ ਗੱਜਣ ਸਿੰਘ ਜੀ ਹੈਰਾਨ ਹੋ ਗਏ ਵੀ ਇਹ ਤਾਂ ਖਬਰ ਮਹਾਂਪੁਰਖਾਂ ਤੱਕ ਵੀ ਪਹੁੰਚ ਗਏ। ਖੈਰ ਭਾਈ ਗੱਜਣ ਸਿੰਘ ਜੀ ਸਟੇਸ਼ਨ ਮਾਸਟਰ ਦਿੱਲੀ ਵਾਲੇ ਕੋਲ ਗਏ। ਜਦ ਉਹਨੂੰ ਸਾਰੀ ਗੱਲ ਦੱਸੀ ਤਾਂ ਫਿਰ ਉਹ ਸਟੇਸ਼ਨ ਮਾਸਟਰ ਕਹਿਣ ਲੱਗਾ ਗੱਜਣ ਸਿੰਘ ਨੂੰ, ਕਹਿੰਦੇ ਤੂੰ ਫਿਕਰ ਨਾ ਕਰ, ਜਿੰਨੀਆਂ ਟਿਕਟਾਂ ਤੈਂ ਲਈਆਂ ਸਾਡੇ ਕੋਲ ਮੈਂ ਉਹਨਾਂ ਟਿਕਟਾਂ ਦੇ ਸਾਰੇ ਨੰਬਰ ਇੱਕ ਪਾਸੇ ਨੋਟ ਕਰ ਲਏ ਆ ਅਤੇ ਇਹ ਨੰਬਰ ਮੈਂ ਤੈਨੂੰ ਦੇ ਦਿੰਦਾ ਹੈਗਾ ਅਤੇ ਤੂੰ ਇਹ ਨੰਬਰਾਂ 'ਤੇ ਜਾ ਕੇ ਨਾ ਸਫ਼ਰ ਕਰ ਲਾ। ਅਗਰ ਗੱਡੀ ਦੇ ਵਿੱਚ TT ਕੋਈ ਪੁੱਛੇਗਾ ਤਾਂ ਤੂੰ ਇਹ ਨੰਬਰ ਦਿਖਾ ਦੇ। ਅਗਰ ਕੋਈ ਦੂਸਰਾ ਆਦਮੀ ਇਸੇ ਹੀ ਨੰਬਰ ਦੇ ਉੱਤੇ ਹੈ ਨਾ ਕੋਈ ਸਫ਼ਰ ਕਰੇਗਾ ਅਤੇ ਜਿਹੜਾ TT ਹੈਗਾ ਉਹਨੂੰ ਹੈ ਨਾ ਚੋਰ ਫੜ ਸਮਝ ਕੇ ਤਾਂ ਉਹ ਫੜ ਲਊਗਾ। ਜਦ ਇਹ ਗੱਲ ਹੋਈ ਤਾਂ ਫਿਰ ਅਗਲੇ ਦਿਨ ਮਹਾਂਪੁਰਖ ਜਿਹੜੇ ਸੀਗੇ ਨਾਲ ਜਿੰਨੇ ਪ੍ਰੇਮੀ ਸੀਗੇ ਉਹ ਸਾਰੇ ਕਲਕੱਤੇ ਜਾਣ ਵਾਸਤੇ ਨੇ ਗੱਡੀ 'ਚ ਸਵਾਰ ਹੋ ਗਏ।
ਜਦ ਗੱਡੀ ਕਲਕੱਤੇ ਪਹੁੰਚੀ ਆ ਤਾਂ ਬਹੁਤ ਸਾਰੀ ਸੰਗਤ ਜਿਹੜੀ ਸੀ ਉਹ ਮਹਾਂਪੁਰਖਾਂ ਦਾ ਦਰਸ਼ਨ ਕਰਨ ਵਾਸਤੇ, ਮਹਾਂਪੁਰਖਾਂ ਨੂੰ ਜੀ ਆਇਆਂ ਕਹਿਣ ਵਾਸਤੇ, ਲੈਣ ਵਾਸਤੇ ਸਟੇਸ਼ਨ 'ਤੇ ਚਲੇ ਗਏ। ਜਦ ਸਟੇਸ਼ਨ 'ਤੇ ਗਈ ਆ ਤਾਂ ਇਹ ਜਿਹੜਾ ਸੇਠ ਸੀਗਾ, ਜਿਹੜਾ ਜਿਸ ਦੀ ਕੋਠੀ ਜਿਹੜੀ ਸੀ ਉਹ ਸੰਗਤ ਨੇ ਕਿਰਾਏ 'ਤੇ ਲਈ ਸੀ, ਤੇ ਇਸ ਕੋਠੀ ਦਾ ਨਾਂ ਜਿਹੜਾ ਸੀ ਸੇਠ ਨੇ ਆਨੰਦ ਭਵਨ ਰੱਖਿਆ ਸੀਗਾ, ਇਹ ਵੀ ਸਟੇਸ਼ਨ 'ਤੇ ਪਹੁੰਚ ਗਿਆ। ਜਦ ਇਹ ਆਨੰਦ ਭਵਨ ਕੋਠੀ ਵਾਲਾ ਸੇਠ ਸਟੇਸ਼ਨ 'ਤੇ ਪਹੁੰਚਿਆ ਤੇ ਜਿਉਂ ਹੀ ਜਦ ਮਹਾਂਪੁਰਖ ਜਿਹੜੇ ਸੀ ਸੰਗਤ ਤੋਂ ਬਾਅਦ ਗੱਡੀ 'ਚ ਉਤਰਨ ਲੱਗੇ ਤੇ ਸੇਠ ਨੇ ਜਦ ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਦੇਖਦੇ ਸਾਰੀ ਜਿਹੜੇ ਸੀ ਇਹ ਸਮਝ ਗਿਆ ਕਿ ਉਹੀ ਮਹਾਂਪੁਰਖ ਆ ਜਿਨ੍ਹਾਂ ਨੇ ਸੁਪਨੇ ਵਿੱਚ ਮੇਰੇ ਨਾਲ ਗੱਲਬਾਤ ਕੀਤੀ ਸੀ, ਮੈਨੂੰ ਦਰਸ਼ਨ ਦਿੱਤੇ ਸੀ। ਸੋ ਇਹ ਸੇਠ ਜਿਹੜਾ ਨੇ ਸਭ ਤੋਂ ਜ਼ਿਆਦਾ ਦੌੜ ਕੇ ਨਾ ਭੀੜ ਨੂੰ ਚੀਰਦਾ ਹੋਇਆ ਮਹਾਂਪੁਰਖਾਂ ਦੇ ਪੈਰਾਂ 'ਤੇ ਡਿੱਗ ਪਿਆ। ਜਦੋਂ ਜੈਨੀ ਸੇਠ ਪੈਰਾਂ 'ਚ ਡਿੱਗਿਆ ਤਾਂ ਮਹਾਂਪੁਰਖ ਜਿਹੜੇ ਸੀਗੇ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਉੱਠ, ਗੁਰੂ ਭਲੇ ਹੀ ਕਰੇਗਾ। ਜਦ ਸੇਠ ਉੱਠਿਆ ਹੈਗਾ ਤਾਂ ਸੇਠ ਨੇ ਬੇਨਤੀ ਕੀਤੀ, ਮਹਾਂਪੁਰਖੋ ਤੁਸੀਂ ਇਸ ਤਰ੍ਹਾਂ ਕਰੋ ਕਿ ਪਹਿਲਾਂ ਮੇਰੀ ਕੋਠੀ 'ਚ ਚਰਨ ਪਾਓ। ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਕਹਿਣਗੇ, ਭਾਈ ਪਹਿਲਾਂ ਸੰਗਤ ਦੇ ਨਾਲ ਵਿਚਾਰ ਤਾਂ ਕਰ ਲਈਏ, ਸੰਗਤ ਦਾ ਕੀ ਇਰਾਦਾ। ਫਿਰ ਸੰਗਤ ਨੇ ਕਿਹਾ ਸੀ, ਮਹਾਂਪੁਰਖੋ ਅਸੀਂ ਤੁਹਾਡੀ ਜਿਹੜੀ ਰਿਹਾਇਸ਼ ਵਾ ਨਾ ਕੋਠੀ ਦੀ ਬਜਾਏ ਅਸੀਂ ਸਕੂਲ ਦੇ ਵਿੱਚ ਰੱਖੀ ਆ, ਇਸ ਕਰਕੇ ਤੁਸੀਂ ਹੈ ਨਾ ਸਕੂਲ ਦੇ ਵਿੱਚ ਪਹੁੰਚੋ। ਪਰ ਉਹ ਸੇਠ ਬਾਰ-ਬਾਰ ਇਹੀ ਕਹੀ ਜਾਵੇ, ਨਹੀਂ ਮਹਾਂਪੁਰਖੋ ਤੁਸੀਂ ਪਹਿਲਾਂ ਮੇਰੀ ਕੋਠੀ ਆਓ। ਤੇ ਮਹਾਂਪੁਰਖ ਕਹਿਣ ਲੱਗੇ, ਚੱਲ ਠੀਕ ਆ, ਅੱਜ ਦੀ ਰਾਤ ਅਸੀਂ ਸਕੂਲ ਕੱਟਾਂਗੇ ਤੇ ਫਿਰ ਸਵੇਰੇ ਹੈ ਨਾ ਤੇਰੀ ਕੋਠੀ ਵਿੱਚ ਸਾਰੀ ਸੰਗਤ ਨੂੰ ਲੈ ਕੇ ਆਵਾਂਗੇ। ਸੋ ਇਹ ਬਚਨ ਦੇ ਕੇ ਸੇਠ ਜਿਹੜੇ ਨੂੰ ਘਰ ਤੋਰ ਦਿੱਤਾ ਮਹਾਂਪੁਰਖਾਂ ਨੇ। ਰਾਤ ਮਹਾਂਪੁਰਖਾਂ ਨੇ ਹਾਈ ਸਕੂਲ 'ਚ ਕੱਟਿਆ। ਉੱਥੇ ਸਾਰੀ ਸੰਗਤ ਜਿਹੜੀ ਸੀ ਮਹਾਂਪੁਰਖਾਂ ਨੂੰ ਮਿਲੀ ਆ, ਸਾਰਿਆਂ ਨੂੰ ਸ਼ੁਭ ਅਸੀਸਾਂ ਦਿੱਤੀਆਂ ਬਾਬਾ ਈਸ਼ਰ ਸਿੰਘ ਹੋਣਾ ਨੇ। ਤੇ ਉੱਥੇ ਹੀ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਸੀਗਾ, ਬਹੁਤ ਸਾਰੀ ਸੰਗਤ ਜਿਹੜੀ ਸੀ ਉਹ ਮਹਾਂਪੁਰਖਾਂ ਦੇ ਪ੍ਰੇਮ ਦੇ ਵਿੱਚ ਸਕੂਲ ਦੇ ਵਿੱਚ ਰੁਕੀ ਹੋਈ ਸੀ। ਜਦ ਦਿਨ ਚੜ੍ਹਿਆ ਸਾਰੀ ਸੰਗਤ ਸੀ ਬਾਬਾ ਈਸ਼ਰ ਸਿੰਘ ਹੋਣਾ ਦੇ ਨਾਲ। ਫਿਰ ਉਹ ਜੈਨੀ ਸੇਠ ਦੀ ਕੋਠੀ ਆਨੰਦ ਭਵਨ ਦੇ ਵਿੱਚ ਪਹੁੰਚ ਗਏ। ਜਦ ਪਹੁੰਚੀ ਤਾਂ ਕੀ ਦੇਖਿਆ, ਕੋਠੀ ਜਿਹੜੀ ਸੀਗੀ ਉਹ ਕਾਫੀ ਵਿਸ਼ਾਲ ਵੱਡੀ ਸੀਗੀ, 5-6 ਏਕੜ ਦਾ, ਤੇ ਵਿੱਚ ਬਾਗ ਹੀ ਸੀਗਾ, ਵਿੱਚ ਨਹਾਉਣ ਦੇ ਪ੍ਰਬੰਧ ਸੀਗੇ, ਬੜੀ ਸੁੰਦਰ ਕੋਠੀ ਸੀ, ਸੰਗਮਰਮਰ ਲੱਗਾ ਸੀ। ਸੋ ਉਹ ਜਿਹੜਾ ਸੇਠ ਸੀਗਾ ਬੜੇ ਪ੍ਰੇਮ ਦੇ ਨਾਲ ਬਾਬਾ ਈਸ਼ਰ ਸਿੰਘ ਨੂੰ ਆਪਣੀ ਕੋਠੀ 'ਚ ਲੈ ਗਿਆ ਤੇ ਇੱਕ ਕਮਰੇ ਵਿੱਚ ਜਾ ਕੇ ਨਾ ਉਹ ਸੇਠ ਨੇ ਬਾਬਾ ਈਸ਼ਰ ਸਿੰਘ ਹੋਣਾ ਨਾਲ ਤਕਰੀਬਨ 2 ਘੰਟੇ ਇਕੱਲਿਆਂ ਗੱਲਬਾਤ ਕੀਤੀ। ਜਦ ਗੱਲਬਾਤ ਕੀਤੀ ਆ ਤਾਂ ਉਸ ਤੋਂ ਬਾਅਦ ਉਹਦੀ ਸਾਰੀ ਗੱਲਬਾਤ ਦਾ ਜੋ ਵੇਰਵਾ ਉਹ ਤਾਂ ਸੇਠ ਜਾਂ ਬਾਬਾ ਈਸ਼ਰ ਸਿੰਘ ਜੀ ਜਾਣਦੇ ਆ, ਪਰ ਮਹਾਂਪੁਰਖਾਂ ਨੇ ਸਾਂਝੀ ਨਹੀਂ ਕੀਤੀ। ਪਰ ਇੰਨਾ ਜ਼ਰੂਰ ਆ, ਮਹਾਂਪੁਰਖਾਂ ਨੇ ਜਿਹੜੇ ਸੀ ਉਸ ਸੇਠ ਨੂੰ ਇਹ ਗੱਲ ਕਹਿ ਦਿੱਤੀ ਕਿ ਅਗਰ ਇਹ ਕੋਠੀ ਤੇਰੀ ਆ ਤੇ ਭਾਈ ਅਸੀਂ ਕੋਠੀ ਤੇਰੀ ਵਿੱਚ ਨਹੀਂ ਰਹਿਣਾ, ਅਗਰ ਇਹ ਕੋਠੀ ਸੰਗਤ ਦੀ ਆ ਤੇ ਅਸੀਂ ਇਹ 'ਚ ਚਰਨ ਪਾਵਾਂਗੇ। ਸੋ ਸੇਠ ਨੇ ਕਿਹਾ ਸੀਗਾ, ਜੀ ਇਹ ਜਿਹੜੀ ਕੋਠੀ ਹੈਗੀ ਉਹ ਆਪ ਜੀ ਦੀ ਹੈਗੀ ਆ, ਆਪ ਜਿੰਨਾ ਚਿਰ ਚਾਹੋ ਇਸ ਕੋਠੀ 'ਚ ਰਹੋ ਤੇ ਮੈਂ ਜਿੰਨੀ ਵੀ ਸੇਵਾ ਹੋ ਸਕੇ ਆਪ ਜੀ ਦੀ ਕਰਾਂਗਾ। ਸੋ ਸੇਠ ਨੇ ਜਿੱਥੇ 100 ਰੁਪਈਆ ਰੋਜ਼ ਦੀ ਦਿਹਾੜੀ ਦੀ ਕੋਠੀ ਦੀ ਗੱਲ ਜਿਹੜੀ ਸੀ ਸਰਦਾਰ ਬਲਵੰਤ ਸਿੰਘ ਹੋਣਾ ਨੇ ਕੀਤੀ ਸੀ, ਉੱਥੇ ਉਹਨੇ ਸਾਰੀ ਜਿਹੜੀ ਸੇਵਾ ਸੀ ਉਹ ਫ੍ਰੀ ਦੇ ਵਿੱਚ ਜਿਹੜੀ ਸੀ ਉਹ ਸੰਤ ਬਾਬਾ ਈਸ਼ਰ ਸਿੰਘ ਹੋਣਾ ਦੀ ਕੀਤੀ। ਉਸ ਤੋਂ ਬਾਅਦ ਆਪਣੇ ਵਿੱਚੋਂ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਸੰਗਤ ਦੇ ਲੰਗਰ ਦੇ ਵਿੱਚ ਵੀ ਉਹ ਸੇਠ ਨੇ ਹਿੱਸਾ ਪਾਇਆ। ਉਸ ਤੋਂ ਬਾਅਦ ਇੱਕ ਨਵੀਂ ਕਾਰ ਜਿਹੜੀ ਸੇਠ ਨੇ ਲਈ, ਉਸ ਕਾਰ ਦੇ ਵਿੱਚ ਸੰਤ ਬਾਬਾ ਈਸ਼ਰ ਸਿੰਘ ਹੋਣਾ ਦੇ ਚਰਨ ਪਵਾਏ ਸੀ। ਸੋ ਉਸ ਕਾਰ ਦੇ ਵਿੱਚ ਹੀ ਫਿਰ ਸੰਤ ਬਾਬਾ ਈਸ਼ਰ ਸਿੰਘ ਹੋਣਾ ਨੂੰ ਜਿਹੜਾ ਸੀ ਹਵਾਈ ਅੱਡੇ ਸਟੇਸ਼ਨ ਦੇ ਉੱਤੇ ਆਪ ਉਹ ਛੱਡਣ ਆਇਆ ਸੀਗਾ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਜਿਹੜੇ ਸੀਗੇ ਉਹ ਫਿਰ ਕਲਕੱਤੇ 'ਚ ਰਹੇ ਆ। ਕਲਕੱਤੇ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ 2-2.5 ਮਹੀਨੇ ਦੀਵਾਨ ਲਾਏ ਆ। ਇਸ ਦੇ ਵਿੱਚ ਫਿਰ ਅੰਮ੍ਰਿਤ ਸੰਚਾਰ ਕੀਤਾ ਹੈਗਾ। ਬਹੁਤ ਪੁਰਾਣੀਆਂ ਨੇ ਬਾਬਾ ਈਸ਼ਰ ਸਿੰਘ ਹੋਣਾ ਦੇ ਹੱਥੋਂ ਫਿਰ ਅੰਮ੍ਰਿਤ ਛਕਿਆ ਉਹਨਾਂ ਟਾਈਮਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਜੀ ਦੇ ਪਟਨਾ ਸਾਹਿਬ ਚਲ ਗਏ ਆ। ਪਟਨਾ ਸਾਹਿਬ ਜਾਣ ਤੇ ਇੱਥੇ ਹੀ ਕਲਗੀਧਰ ਮਹਾਰਾਜ ਦੇ ਗੁਰਦੁਆਰੇ ਦੇ ਦਰਸ਼ਨ ਦਿਦਾਰੇ ਕੀਤੇ। ਜਦ ਮੌਣ ਲੱਗੇ ਤਾਂ ਉੱਥੇ ਸੰਗਤ ਨੇ ਕਿਹਾ ਕਿ ਮਹਾਂਪੁਰਖੋ ਇੱਥੇ 2-4 ਦਿਨ ਹੋਰ ਰੁਕੋ। ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਕਹਿਤਾ ਸੀਗਾ, ਕਹਿੰਦੇ ਭਾਈ ਵੀ 2-4 ਦਿਨ ਅਸੀਂ ਤਾਂ ਉਸ ਜਗ੍ਹਾ ਰੁਕਾਂਗੇ ਜਿੱਥੇ ਸਾਡਾ ਸੌਦਾ ਵਿਕਦਾ ਹੋਊ। ਸੋ ਸਾਡਾ ਜਿਹੜਾ ਸੌਦਾ ਇਸ ਟਾਈਮ ਕਲਕੱਤੇ ਜਿਹੜਾ ਹੈਗਾ ਉਹ ਵਿਕ ਰਿਹਾ ਹੈਗਾ। ਬਹੁਤ ਸਾਰੀ ਸੰਗਤ ਜਿਹੜੀ ਹੈਗੀ ਆ ਉਹ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗ ਰਹੀ ਹੈਗੀ ਆ, ਤੇ ਭਾਈ ਇੱਥੇ ਤਾਂ ਕੋਈ ਬੰਦਾ ਸਾਡਾ ਸੌਦਾ ਲੈਣ ਲਈ ਤਿਆਰ ਨਹੀਂ ਹੈਗਾ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਹ ਜਿਹੜੇ ਪ੍ਰੇਮੀ ਸੀ ਉਹ ਮਨ ਵਿੱਚ ਜਿਹੜੇ ਸੀ ਉਹ ਸੋਚਣ ਲੱਗੇ ਵੀ ਹੁਣ ਕੀ ਕੀਤਾ ਜਾਵੇ। ਫਿਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਪ੍ਰੇਮੀ ਸੀਗਾ ਉਸ ਨੇ ਫਿਰ ਮਹਾਂਪੁਰਖਾਂ ਦੇ ਨਾਲ ਇਹ ਗੱਲ ਕੀਤੀ ਸੀਗਾ ਕਿ ਇੱਥੇ ਇੱਕ ਬਖਸ਼ੀ ਸਿੰਘ ਬਰਨਾਲੇ ਦਾ ਹੈਗਾ, ਉਹਦੇ ਬਹੁਤ ਸਾਰੇ ਟਰੱਕ ਚੱਲਦੇ ਆ, ਤਾਂ ਕਈ ਡਰਾਈਵਰ ਜਿਹੜੇ ਆ ਉਹਦੇ ਟਰੱਕਾਂ ਦੇ ਵਿੱਚ ਕੰਮ ਕਰਦੇ ਆ, ਤੇ ਜੇ ਇਹ ਬਖਸ਼ੀ ਸਿੰਘ ਕਿਸੇ ਤਰੀਕੇ ਦੇ ਨਾਲ ਅੰਮ੍ਰਿਤ ਛਕ ਲਊਗਾ ਤੇ ਉਹਦੇ ਛਕਣ ਦੇ ਨਾਲ ਸੈਂਕੜੇ ਬੰਦੇ ਜਿਹੜੇ ਉਹ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਣਗੇ। ਇਹ ਸੋਚ ਕੇ ਫਿਰ 5 ਸਿੰਘ ਜਿਹੜੇ ਸੀਗੇ ਉਹ ਬਖਸ਼ੀ ਸਿੰਘ ਦੇ ਘਰ ਚਲੇ ਗਏ। ਜਦ ਘਰ ਚਲੇ ਗਏ ਤਾਂ ਫਿਰ ਬਖਸ਼ੀ ਸਿੰਘ ਨੇ ਬੜੇ ਪ੍ਰੇਮ ਨਾਲ 5 ਸਿੰਘਾਂ ਨੂੰ ਆਪਣੇ ਪਾਸ ਬਿਠਾਇਆ। ਉਹਨਾਂ ਨੇ ਫਿਰ ਦੱਸਿਆ ਕਿ ਬਾਬਾ ਈਸ਼ਰ ਸਿੰਘ ਜਿਹੜੇ ਆ ਮਹਾਂਪੁਰਖ ਇੱਥੇ ਪਟਨੇ ਸਾਹਿਬ ਆ ਗਏ ਆ ਤੇ ਮਹਾਂਪੁਰਖਾਂ ਦੇ ਜਾਣ ਦਾ ਵਿਚਾਰ ਹੈਗਾ। ਅਸੀਂ ਚਾਹੁੰਦੇ ਹਾਂ ਕਿ ਮਹਾਂਪੁਰਖ ਜਿਹੜੇ 2-4 ਦਿਨ ਇੱਥੇ ਰੁਕ ਜਾਣ ਤਾਂ ਜੋ ਸੰਗਤ ਦਾ ਤੇ ਇਲਾਕੇ ਦਾ ਭਲਾ ਹੋ ਸਕੇ। ਜਦ ਇਹ ਜਿਹੜੀ ਸਾਰੀ ਗੱਲਬਾਤ ਸੀ 5 ਸਿੰਘਾਂ ਨੇ ਭਾਈ ਬਖਸ਼ੀ ਸਿੰਘ ਦੇ ਨਾਲ ਕੀਤੀ ਸੀ। ਭਾਈ ਬਖਸ਼ੀ ਸਿੰਘ ਨੂੰ ਕਹਿਣ ਲੱਗੇ ਕਿ ਤੂੰ ਐਸਾ ਸ਼ਖਸ ਹੈਗਾ ਜਿਹੜਾ ਮਹਾਂਪੁਰਖਾਂ ਨੂੰ ਮਨਾ ਕੇ ਇੱਥੇ 2-4 ਦਿਨ ਰੱਖ ਸਕਦਾ ਹੈਗਾ।
ਫਿਰ ਦੱਸੋ ਅਗਲੇ ਦਿਨ ਜਿਹੜੇ ਸੀ ਭਾਈ ਬਖਸ਼ੀ ਜਿਹੜੇ ਸੀਗੇ ਉਹ ਫਿਰ ਬਾਬਾ ਈਸ਼ਰ ਸਿੰਘ ਹੋਣਾ ਦੇ ਦੀਵਾਨ 'ਚ ਗਏ। ਜਦ ਦੀਵਾਨ ਸੁਣਿਆ ਮਨ ਬੜਾ ਪ੍ਰਸੰਨ ਹੋਇਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਦੇ ਪਾਸ ਪਹੁੰਚਿਆ। ਬਾਬਾ ਜੀ ਨੇ ਪੁੱਛਿਆ ਕਿ ਹਾਂ ਭਾਈ ਕਿਵੇਂ ਆਏ ਆ। ਤਾਂ ਫਿਰ ਭਾਈ ਬਖਸ਼ੀ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ ਤੁਸੀਂ ਇਸ ਤਰ੍ਹਾਂ ਕਰੋ ਕਿ 2-4 ਦਿਨ ਹੈ ਨਾ ਇਸ ਅਸਥਾਨ 'ਤੇ ਰੁਕੋ ਤਾਂ ਜੋ ਸੰਗਤ ਦਾ ਭਲਾ ਹੋ ਜਾਵੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਈਸ਼ਰ ਸਿੰਘ ਜਿਹੜੇ ਸੀ ਉਹ ਮੁਸਕਰਾ ਕੇ ਭਾਈ ਬਖਸ਼ੀ ਨੂੰ ਕਹਿਣ ਲੱਗੇ, ਕਹਿੰਦੇ ਭਾਈ ਰੁਕ ਤਾਂ ਜਾਂਦੇ ਆ ਪਰ ਇਹਦੀ ਤੈਨੂੰ ਜਿਹੜੀ ਆ ਉਹ ਮਨਜ਼ੂਰੀ ਦੇਣੀ ਪਊਗੀ। ਜਦ ਇੰਨੀ ਗੱਲ ਹੋਈ ਤਾਂ ਭਾਈ ਬਖਸ਼ੀ ਜਿਹੜਾ ਸੀ ਮਨ 'ਚ ਸੋਚਣ ਲੱਗ ਪਿਆ। ਸੋਚਦਾ ਮਹਾਂਪੁਰਖਾਂ ਨੂੰ ਕਹਿਣ ਲੱਗਾ ਚਲੋ ਠੀਕ ਹੈ ਮਹਾਂਪੁਰਖੋ ਮੈਂ ਮਨਜ਼ੂਰੀ ਦੇਣ ਨੂੰ ਤਿਆਰ ਹਾਂ ਅਤੇ ਤੁਸੀਂ ਹੈ ਨਾ 2-4 ਦਿਨ ਇੱਥੇ ਰੁਕ ਜਾਓ। ਜਦ ਇੰਨੀ ਗੱਲ ਹੋਈ ਫਿਰ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਭਾਈ ਸੋਚ ਲੈ ਅਗਰ ਤੂੰ ਮਨਜ਼ੂਰੀ ਦੇ ਸਕਦਾ ਹੈ ਤਾਂ ਅਸੀਂ ਇੱਥੇ 2-4 ਦਿਨ ਰੁਕਾਂਗੇ। ਪਰ ਭਾਈ ਬਖਸ਼ੀ ਨੇ ਜਾਣੀ ਕਿ ਫਿਰ ਮਨ ਦੇ ਵਿੱਚ ਵਿਚਾਰ ਕਰਕੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਕੋਈ ਫਿਕਰ ਵਾਲੀ ਗੱਲ ਨਹੀਂ, ਮੈਂ ਮਨਜ਼ੂਰੀ ਜਿਹੜੀ ਹੈਗੀ ਆ ਉਹ ਜ਼ਰੂਰ ਦਊਂਗਾ, ਤੁਸੀਂ 2-4 ਦਿਨ ਰੁਕੋ ਤਾਂ ਸਹੀ। ਅਤੇ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੀ ਕਿਤੇ ਮਨਜ਼ੂਰੀ ਦੇਣ ਲੱਗਾ ਮੁਕਰ ਨਾ ਜਾਈ। ਜਦ ਇੰਨੀ ਗੱਲ ਹੋਈ ਤਾਂ ਭਾਈ ਬਖਸ਼ੀ ਕਹਿਣ ਲੱਗਾ, ਮਹਾਰਾਜ ਕੋਈ ਗੱਲ ਨਹੀਂ ਹੈ, ਮੈਂ ਮੁਕਰਦਾ ਨਹੀਂ ਹੈ, ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰ ਦੂੰਗਾ। ਜਦ ਇਹ ਗੱਲ ਹੋਈ ਤਾਂ ਫਿਰ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਬਖਸ਼ੀ ਸਿੰਘ ਅਸੀਂ ਤਾਂ ਨਾ ਤੇਰੇ ਕੋਲ ਕੋਈ ਸੋਨਾ ਲੈਣਾ ਹੈਗਾ, ਨਾ ਹੀਰੇ ਜਵਾਹਰ, ਨਾ ਪੈਸਾ, ਅਸੀਂ ਕੋਈ ਚੀਜ਼ ਨਹੀਂ ਲੈਣੀ। ਅਸੀਂ ਤਾਂ ਬਸ ਇੱਕੋ ਹੀ ਤੇਰੇ ਮੂਹਰੇ ਅਰਜ਼ ਕਰਨੀ ਆ ਕਿ ਤੂੰ ਹੁਣ ਗੁਰੂ ਵਾਲਾ ਬਣ ਲੈ। ਅਗਰ ਤੂੰ ਗੁਰੂ ਵਾਲਾ ਬਣ ਜਾਊਗਾ, ਗੁਰੂ ਦੇ ਲੜ ਲੱਗ ਜਾਊਗਾ ਤਾਂ ਤੂੰ ਅੰਮ੍ਰਿਤ ਛਕ ਕੇ ਸਿੰਘ ਬਣ ਜਾਊਗਾ, ਇਸ ਇਲਾਕੇ ਦਾ ਬੜਾ ਭਲਾ ਹੋ ਜਾਊਗਾ। ਜਦ ਇਹ ਗੱਲ ਸੀ ਬਾਬਾ ਈਸ਼ਰ ਸਿੰਘ ਹੁਣ ਬੜੇ ਕੋਮਲ ਭਾਵ ਦੇ ਨਾਲ ਭਾਈ ਬਖਸ਼ੀ ਦੇ ਨਾਲ ਗੱਲ ਕੀਤੀ ਤੇ ਭਾਈ ਬਖਸ਼ੀ ਜਿਹੜੇ ਸੀ ਉਹਨਾਂ ਦੇ ਅੱਖਾਂ 'ਚ ਹੰਝੂ ਆ ਗਏ ਤੇ ਬਾਬਾ ਜੀ ਦੇ ਚਰਨਾਂ 'ਚ ਡਿੱਗ ਪਏ। ਡਿੱਗ ਕੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਮੈਂ ਤਾਂ ਪਹਿਲੀ ਵਾਰ ਜ਼ਿੰਦਗੀ 'ਚ ਸੁਣਿਆ ਹੈਗਾ ਕੋਈ ਮਹਾਤਮਾ ਜਿਹੜਾ ਹੈ ਉਹ ਮੈਨੂੰ ਅੰਮ੍ਰਿਤ ਛਕਣ ਲਈ ਬੇਨਤੀ ਕਰ ਰਿਹਾ ਹੈਗਾ। ਫਿਰ ਭਾਈ ਬਖਸ਼ੀ ਨੇ ਦੱਸਿਆ ਸੀਗਾ ਕਿ ਅਗਰ ਕੋਈ ਗ੍ਰੰਥੀ ਸਿੰਘ ਮੇਰੇ ਪਾਸ ਆਵੇ, ਮੇਰੇ ਕੋਲ ਮਾਇਆ ਦੀ ਮਦਦ ਮੰਗੇ ਤੇ ਮੈਂ 500 ਦੀ ਜਗ੍ਹਾ ਹੈ ਨਾ 100-200 ਵੱਧ ਹੀ ਦਿੰਦਾ, ਕੋਈ 1000 ਮੰਗੇ ਤਾਂ ਮੈਂ 1500 ਦੇ ਦਿੰਦਾ। ਇੱਕ ਵਾਰੀ ਕਹਿੰਦੇ ਕੋਈ ਜਿਹੜੇ ਸੀ ਤਕੜੇ ਮਹਾਤਮਾ ਆਏ ਸੀ, ਉਹਨਾਂ ਨੇ ਆ ਕੇ ਜਿਹੜੇ ਸੀ ਗੁਰਦੁਆਰੇ ਦੀ ਸੇਵਾ ਮੰਗੀ ਸੀ ਅਤੇ ਉਹ ਉਹਨਾਂ ਨੇ 5000 ਰੁਪਇਆ ਮੰਗਿਆ ਸੀ। ਮੈਂ ਸਮਾਂ ਕਿ ਉਹਨਾਂ ਨੂੰ ਹੁਣ 5000 ਦੀ ਜਗ੍ਹਾ ਸੀ ਵੱਧ ਹੀ ਪੈਸੇ ਦਿੱਤੇ। ਕੋਈ 10000 ਮੰਗੇ ਤਾਂ ਮੈਂ ਇੱਕ ਵਾਰ ਜਿਹੜੇ ਸੀ ਇੱਕ ਨੂੰ 15000 ਦਿੱਤੇ। ਪਰ ਅੱਜ ਮੈਂ ਸੋਚਿਆ ਕਿ ਆਪ ਜਿਹੜੇ ਸੀ ਸ਼ਾਇਦ ਹੋ ਸਕਦਾ ਕਿ ਮੇਰੇ ਤੋਂ 50000 ਜਾਂ ਲੱਖ ਦੀ ਗੱਲ ਕਰੂੰਗੇ ਅਤੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਨਾ ਲੱਖ ਤੋਂ ਵੀ ਜ਼ਿਆਦਾ ਪੈਸਾ ਦੇਣ ਲਈ ਤਿਆਰ ਹੋਇਆ। ਪਰ ਮੈਂ ਇਹ ਜਿਹੜਾ ਕਦੀ ਨਹੀਂ ਸੀ ਸੁਣਿਆ ਕੋਈ ਸੰਤ ਮਹਾਂਪੁਰਖ ਜਿਹੜਾ ਹੈ ਉਹ ਪੈਸੇ ਦੀ ਸੋਭਾ ਨੂੰ ਲੱਤ ਮਾਰ ਕੇ ਮੈਨੂੰ ਗੁਰੂ ਦੇ ਲੜ ਲਾ ਦਊਗਾ ਅਤੇ ਅੰਮ੍ਰਿਤ ਛਕਾਊਗਾ। ਉਸ ਤੋਂ ਬਾਅਦ ਦੇਖੋ ਭਾਈ ਬਖਸ਼ੀ ਸਿੰਘ ਨੇ ਫਿਰ ਬਾਬਾ ਈਸ਼ਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਸੀਗਾ ਅਤੇ ਬਖਸ਼ੀ ਸਿੰਘ ਦੇ ਅੰਮ੍ਰਿਤ ਛਕਣ ਦੇ ਨਾਲ ਹੀ ਜਿਹੜੇ ਸੈਂਕੜੇ ਡਰਾਈਵਰ ਹੋਰ ਸੀਗੇ ਯੂਨੀਅਨ ਦੇ ਜਾਂ ਹੋਰ ਆਲੇ ਦੁਆਲੇ ਇਲਾਕੇ ਲੋਕੀ ਜਿਹੜੇ ਬਖਸ਼ੀ ਸਿੰਘ ਦੇ ਸਾਥ ਜਿਹੜੇ ਸੀ ਰਹਿੰਦੇ ਹੁੰਦੇ ਸੀ ਅਤੇ ਉਹਨਾਂ ਨੇ ਵੀ ਸਾਰਿਆਂ ਨੇ ਫਿਰ ਅੰਮ੍ਰਿਤ ਜਿਹੜਾ ਸੀਗਾ ਬਾਬਾ ਈਸ਼ਰ ਸਿੰਘ ਦੇ ਹੱਥੋਂ ਛਕਿਆ ਸੀਗਾ। ਉੱਥੇ ਫਿਰ ਹਨ ਇਹ ਅੰਮ੍ਰਿਤ ਦਾ ਸੰਚਾਰ ਚੱਲਿਆ ਸੀਗਾ। ਸੋ ਇਸ ਤਰ੍ਹਾਂ ਉੱਥੇ ਬੜੀਆਂ ਲਹਿਰਾਂ ਵਹਿਰਾਂ ਹੋਈਆਂ ਅਤੇ ਬਾਬਾ ਜੀ ਨੇ ਫਿਰ ਉੱਥੇ ਪਟਨੇ ਸਾਹਿਬ 'ਚ ਅੰਮ੍ਰਿਤ ਛਕਾ ਕੇ ਫਿਰ ਵਾਪਸ ਜਿਹੜੇ ਸੀ ਉਹ ਕਲਕੱਤੇ ਆ ਕੇ ਅੰਮ੍ਰਿਤ ਛਕਾਇਆ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਆਪਣਾ ਇਹ ਜਿਹੜਾ ਅੰਮ੍ਰਿਤ ਦਾ ਜੋ ਪ੍ਰਚਾਰ ਦਾ ਸਾਰੀ ਸੇਵਾ ਦਾ ਸਮਾਂ ਸੀਗਾ 2-2.5 ਮਹੀਨੇ ਉਸ ਸੇਠ ਜੈਨੀ ਦੀ ਕੋਠੀ ਦੇ ਵਿੱਚ ਬਤਾਇਆ। ਉਸ ਤੋਂ ਬਾਅਦ ਬਾਬਾ ਜੀ ਫਿਰ ਵਾਪਸ ਜਿਹੜੇ ਸੀਗੇ ਹੈ ਨਾ ਇੱਥੇ ਨਾਨਕਸਰ ਪਹੁੰਚ ਗਏ ਸੀਗੇ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਮਹਾਂਪੁਰਖਾਂ ਦਾ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।